ਸਤਿਨਾਮ ਸ਼੍ਰੀ ਵਾਹਿਗੁਰੂ ਜੀ ਦੋਹਰਾ। ਚਤੁਰਬੇਦ ਅਸਕਾਰ ਬਹੁਰ ਉਰਮਹਿ ਕੀਨ ਵਿਚਾਰ। ਕਿਸ ਤੇ ਮੈਂ ਉਤਪਦ ਪਇਓ ਕੋ ਉਪਜਾਵਨ ਹਾਰ। ਚਤੁਰਬੇਦ ਅਸਕਾਰ ਬਹੁਰ ਉਰਮਹਿ ਕੀਨ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਰੂਪ ਗੁਰੂ ਸਵਾਰੇ ਗੁਰੂ ਪਿਆਰੇ ਸਤਿਗੁਰਾਂ ਦੇ ਸਾਂਝੇ ਨਵਾਜੇ ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ ਜੀ, ਧੰਨ ਹਨ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਦੀਨ ਦੁਨੀਆ ਦੇ ਮਾਲਕ, ਲੋਕ ਅਤੇ ਪਰਲੋਕ ਵਿੱਚ ਸਾਡੀ ਪੱਦ ਰੱਖਣ ਵਾਲੇ, ਸਾਡੀ ਬਾਂਹ ਫੜਨ ਵਾਲੇ, ਸਾਡੀ ਦਸਤਗੀਰੀ ਕਰਨ ਵਾਲੇ ਸੱਚੇ ਪਾਤਸ਼ਾਹ ਮਹਾਰਾਜ, ਸੰਸਾਰ ਦੇ ਸਾਰੇ ਹੀ ਦੁੱਖਾਂ ਨੂੰ ਆਪਣੀ ਝੋਲੀ ਵਿੱਚ ਪਾਉਣ ਵਾਲੇ ਅਤੇ ਸੰਸਾਰ ਦੇ ਸਾਰੇ ਹੀ ਸੁੱਖ ਆਪਣੇ ਖਾਲਸੇ ਪੰਥ ਨੂੰ ਬਖਸ਼ਿਸ਼ ਕਰਨ ਵਾਲੇ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੇ ਇਸ ਪ੍ਰਾਣੀਆਂ ਮਾਤਰ ਵਾਸਤੇ ਕਿਤਨੇ ਹੀ ਪਰਉਪਕਾਰ ਕਹੇ ਨਹੀਂ ਜਾ ਸਕਦੇ, ਬੇਅੰਤ ਤੋਂ ਬੇਅੰਤ ਹਨ। ਐਸੇ ਗਰੀਬ ਨਵਾਜ ਕਰਨਾ ਨਿਧਾਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਬੇਅੰਤ ਬਖਸ਼ਿਸ਼ ਹੋ ਰਹੀ ਹੈ, ਕਿਰਪਾ ਹੋ ਰਹੀ ਹੈ, ਰਹਿਮਤ ਹੋ ਰਿਹਾ ਹੈ, ਜਿਸ ਦਾ ਸਦਕਾ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨ ਪਰਸਣ ਦਾ, ਸੋਹਣੇ ਦਰਸ਼ਨ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਸੰਗਤ ਜੀ। ਦਰਸ਼ਨ ਕੋ ਲੋਚੈ ਸਭ ਕੋਈ, ਪੂਰੇ ਭਾਗ ਪ੍ਰਾਪਤ ਹੋਏ। ਹਰ ਗੁਰਸਿੱਖ ਦੇ ਮਨ ਵਿੱਚ ਇੱਕ ਤੜਪਣਾ ਰਹਿੰਦੀ ਹੈ, ਚਾਹਨਾ ਲੱਗੀ ਰਹਿੰਦੀ ਹੈ, ਇੱਛਾ ਇਹ ਪ੍ਰਗਟ ਹੁੰਦੀ ਰਹਿੰਦੀ ਹੈ, ਮੈਂ ਵੀ ਕਲਗੀਧਰ ਪਾਤਸ਼ਾਹ ਦੇ ਚਰਨ ਪਰਸਾਂ, ਦਰਸ਼ਨ ਕਰਾਂ, ਹਾਜ਼ਰੀ ਭਰਾਂ। ਪਰ ਕਿੱਥੇ ਆਣ ਕੇ ਕਰਮ ਜਿਹੜੇ ਹਨ ਉਹ ਪੂਰਾ ਸਾਥ ਨਹੀਂ ਦਿੰਦੇ, ਭਾਗ ਦੀ ਰੇਖ ਜਿਹੜੀ ਹੈ ਉਹ ਨਹੀਂ ਵਗਦੀ, ਅਤੇ ਚਾਹੁੰਦਿਆਂ ਹੋਇਆਂ ਵੀ ਗੁਰੂ ਕੇ ਪਿਆਰੇ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨਾਂ ਤੋਂ ਵਾਂਝੇ ਰਹਿ ਜਾਂਦੇ ਆ। ਜਿਹਦੇ ਉੱਪਰ ਸਤਿਗੁਰੂ ਜੀ ਦੀ ਵੱਡੀ ਭਾਰੀ ਦਇਆ ਹੁੰਦੀ ਹੈ, ਆਪਣੇ ਜਾਣ ਕੇ ਤਿਨਾਂ ਗੁਰਮੁਖਾਂ ਨੂੰ ਆਪਣੇ ਚਰਨ ਪਰਸਨ ਦਾ ਸੋਹਣਾ ਸਮਾਂ ਦਿੰਦੇ ਆ, ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਸੋ ਆਪ ਸਾਰੀਆਂ ਸੰਗਤਾਂ ਬੜੇ ਹੀ ਵਡਭਾਗੇ ਹੋ ਜੋ ਸੱਚੇ ਪਾਤਸ਼ਾਹ ਮਹਾਰਾਜ ਪਰਮ ਪਿਤਾ ਕਲਗੀਧਰ ਸਾਹਿਬ ਗਰੀਬ ਨਵਾਜ ਜੀ ਦੇ ਪਾਵਨ ਪਵਿੱਤਰ ਚਰਨ ਪਰਸ ਰਹੇ ਹੋ, ਦਰਸ਼ਨ ਕਰ ਰਹੇ ਹੋ। ਨਿਤਨੇਮ ਦੀ ਮਰਜ਼ਾਦਾ ਅਨੁਸਾਰ ਸਤਿਗੁਰਾਂ ਦੇ ਦਰੋਂ ਘਰੋਂ ਸਾਜੇ ਨਵਾਜੇ ਸਿੰਘ ਸਾਹਿਬ ਜੀ ਨੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਦੇਗਾਂ ਦੇ ਭੋਗ ਲਵਾਏ ਹਨ। ਉਪਰੰਤ ਪਿਛਲੇ ਪਹਿਰ ਦੇ ਦੀਵਾਨ ਵਿੱਚ ਜੋ ਗੁਰ ਇਤਿਹਾਸ ਦੀ ਕਥਾ ਵਿਚਾਰ ਸੰਗਤ ਨੂੰ ਸਰਵਣ ਕਰਵਾਈ ਜਾਂਦੀ ਹੈ, ਉਸ ਦੀ ਆਰੰਭਤਾ ਹੋ ਰਹੀ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੋ ਆਪ ਪਰਮੇਸ਼ਵਰ ਸਵਰੂਪ ਹਨ, ਨਿਰੰਕਾਰ ਦੀ ਜੋਤ ਹੈ, ਸੰਸਾਰੀ ਲੋਕਾਂ ਨੂੰ, ਕਲਯੁਗੀ ਜੀਵਾਂ ਨੂੰ ਤਾਰਨ ਵਾਸਤੇ ਕਰਤੇ ਪੁਰਖ ਵਾਹਿਗੁਰੂ ਨੇ ਮਾਤ ਲੋਕ ਦੇ ਮਨੁੱਖੇ ਸਰੀਰ ਦੇ ਵਿੱਚ ਅਵਤਾਰ ਧਾਰਨ ਕੀਤਾ ਹੋਇਆ ਹੈ। ਐਸੇ ਸੱਚੇ ਪਾਤਸ਼ਾਹ ਮਹਾਰਾਜ ਦੀ ਅੰਮ੍ਰਿਤਮਈ ਕਥਾ ਵਿਚਾਰ ਇਤਿਹਾਸ ਦੀ ਸੰਗਤ ਜੀ ਚੱਲ ਰਹੀ ਹੈ। ਕੱਲ੍ਹ ਆਪ
ਸੰਗਤਾਂ ਨੇ ਸਰਵਣ ਕੀਤਾ ਸੀਗਾ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇੱਕ ਨਗਰ ਦੇ ਵਿੱਚ ਗਏ ਹੈ। ਉਹਨਾਂ ਲੋਕਾਂ ਨੇ ਬਹੁਤ ਬੇਅਦਬੀ ਵਾਲਾ ਸਲੂਕ ਸੱਚੇ ਪਾਤਸ਼ਾਹ ਨਾਲ ਕੀਤਾ ਹੈ। ਕਿਸੇ ਨੇ ਵੀ ਕਿਸੇ ਜਗ੍ਹਾ ਤੇ ਬੈਠਣ ਨਹੀਂ ਦਿੱਤਾ ਸਤਿਗੁਰਾਂ ਨੂੰ। ਨਗਰ ਤੋਂ ਬਾਹਰ ਜੰਗਲ ਦੇ ਵਿੱਚ ਇੱਕ ਕੋਹੜੀ ਸੀਗਾ, ਕੁੱਲੀ ਬਣਾ ਕੇ ਕੱਖਾਂ ਦੀ ਰਹਿੰਦਾ। ਉੱਥੇ ਸੱਚੇ ਪਾਤਸ਼ਾਹ ਗਏ ਹਨ ਤੇ ਉਹਦੇ ਪਾਸ ਰਾਤ ਨੂੰ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਨੇ ਦਇਆ ਕੀਤੀ, ਉਹਨੂੰ ਕੋਹੜੀ ਨੂੰ ਦਰਸ਼ਨ ਦਿੱਤੇ, ਰਾਤ ਬਤੀਤ ਕੀਤੀ। ਅੱਧੀ ਰਾਤ ਦੇ ਸਮੇਂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਨੇ ਧਨਾਸਰੀ ਰਾਗ ਦੇ ਵਿੱਚ ਸ਼ਬਦ ਉਚਾਰਨ ਕੀਤਾ ਸੀ, ਜਿਉ ਤਬ ਤਹਿ ਬਾਰੋ ਬਾਰ। ਤੇ ਇਹ ਸ਼ਬਦ ਉਸ ਕੋਹੜੀ ਨੇ ਬਹੁਤ ਸਰਧਾ ਦੇ ਨਾਲ ਸਰਵਣ ਕੀਤਾ ਤੇ ਉਹਦਾ ਕੋਹੜ ਨਾਲ ਦੀ ਨਾਲ ਹੀ ਦੂਰ ਹੋ ਗਿਆ। ਸਤਿਗੁਰਾਂ ਦੇ ਚਰਨ ਪਰਸੇ, ਮਹਾਰਾਜ ਨੇ ਮਿਹਰ ਕੀਤੀ, ਦਇਆ ਦੇ ਘਰ ਵਿੱਚ ਆਏ ਹਨ। ਚਰਨਾਂ ਦੀ ਪੌਹਲ ਉਸ ਕੋਹੜੀ ਨੂੰ ਪਲਾਈ, ਗੁਰੂ ਕੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਉਸ ਦੀ ਨਿਯੁਕਤੀ ਕੀਤੀ ਸੱਚੇ ਪਾਤਸ਼ਾਹ ਨੇ। ਦਿਨੇ ਨਗਰ ਦੇ ਵਿੱਚ ਇਹ ਚਰਚਾ ਹੋਈ। ਉਹੀ ਨਗਰ ਵਾਲੇ ਜਿਹੜੇ ਸਤਿਗੁਰਾਂ ਨੂੰ ਕਿੱਥੇ ਜਗ੍ਹਾ 'ਤੇ ਬੈਠਣ ਨਹੀਂ ਸਨ ਦਿੰਦੇ, ਉਹ ਮਹਾਰਾਜ ਦੇ ਚਰਨੀ ਪਏ ਆਣ ਕੇ ਆਪਣੀ ਭੁੱਲ ਬਖਸ਼ਾਈ ਹੈ ਤੇ ਸਤਿਗੁਰਾਂ ਦੀ ਚਰਨ ਪਹੁਲ ਲੈ ਕੇ ਅੰਮ੍ਰਿਤ ਦੀਆਂ ਦਾਤਾਂ ਪ੍ਰਾਪਤ ਕਰਕੇ, ਕਿਉਂਕਿ 9ਵੇਂ ਸਤਿਗੁਰਾਂ ਤੱਕ ਚਰਨ ਪਹੁਲ ਹੀ ਅੰਮ੍ਰਿਤ ਦੇ ਰੂਪ ਦੇ ਵਿੱਚ ਪਲਾਇਆ ਜਾਂਦਾ ਸੀ। 10ਵੇਂ ਸਰੂਪ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਨੇ ਖਾਲਸੇ ਨੂੰ ਪ੍ਰਗਟ ਕਰਨ ਵਾਸਤੇ ਔਰ ਇਸ ਖਾਲਸੇ ਦੀ ਮਹਾਨਤਾ ਨੂੰ ਦਰਸਾਉਂਦਾ ਹੋਇਆ ਸ਼ਸਤਰ ਦੀ ਪਹੁਲ, ਖੰਡੇ ਦੀ ਪਹੁਲ ਬਖਸ਼ਿਸ਼ ਕੀਤੀ। ਸੋ ਗੁਰੂ ਕੇ ਸਿੱਖ ਥਾਪ ਦਿੱਤੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਨਗਰ ਨਿਵਾਸੀ ਉਪਦੇਸ਼ ਦਿੱਤਾ। ਉਪਰੰਤ ਸਤਿਗੁਰੂ ਜੀ ਉੱਥੋਂ ਅੱਗੇ ਗਏ ਹੈ। ਰਸਤੇ ਦੇ ਵਿੱਚ ਕੋਈ ਸਾਧੂ ਮਿਲੇ ਆ ਗੁਰੂ ਨਾਨਕ ਸਾਹਿਬ ਨੂੰ। ਉਹਨਾਂ ਨੇ ਬੇਨਤੀ ਕੀਤੀ ਸੀ ਨਮਸਕਾਰ ਸੱਚੇ ਪਾਤਸ਼ਾਹ ਨੂੰ ਕਰਕੇ ਵੀ ਮਹਾਰਾਜ ਆਪ ਪਰਮੇਸ਼ਵਰ ਦਾ ਹੀ ਰੂਪ ਹੋ, ਕਿਰਪਾ ਕਰਕੇ ਉਹਦਾ ਰੂਪ ਕਿਹੋ ਜਿਹਾ ਹੈ ਇਹ ਮਿਹਰ ਕਰੋ ਸਾਡੇ ਉੱਤੇ। ਤੇ ਸਤਿਗੁਰਾਂ ਕਿਹਾ ਸੀ ਭਾਈ ਉਹਦਾ ਰੂਪ ਕਿਹਾ ਨਹੀਂ ਜਾ ਸਕਦਾ, ਕਹਿਣ ਕਥਨ ਤੋਂ ਨਿਆਰਾ ਹੈ। ਇਤਿਆਦਿਕ ਨਾਲ ਸੱਚੇ ਪਾਤਸ਼ਾਹ ਕਹਿਣ ਲੱਗੇ ਬ੍ਰਹਮਾ ਅੰਤ ਲੱਗਾ ਸੀ ਪਾਉਣ ਪਰਮੇਸ਼ਵਰ ਦਾ, ਤੇ ਉਹਨੂੰ ਵੀ ਹਾਰ ਕੇ ਬੇਅੰਤ ਨਿਰੰਕਾਰ ਨੂੰ ਉਚਾਰਨਾ ਪਿਆ ਸੀਗਾ। ਫਿਰ ਮਹਾਰਾਜ ਬ੍ਰਹਮਾ ਕਿਵੇਂ ਅੰਤ ਲੱਗਾ ਪਾਉਣ, ਕਿਵੇਂ ਨੇਤ ਕਰਕੇ ਉਸਨੇ ਬੇਨਤੀਆਂ ਕੀਤੀਆਂ ਕਿ ਵਾਹਿਗੁਰੂ ਬੇਅੰਤ ਹੈ, ਨਿਤ ਨਵਾਂ ਹੈ ਤੇਰਾ ਸਵਰੂਪ। ਉਹ ਸਤਿਗੁਰੂ ਜੀ ਪ੍ਰਸੰਗ ਸੁਣਾਉਂਦੇ ਨੇ। ਭਾਈ ਬ੍ਰਹਮਾ ਜਿਹੜਾ ਹੈ ਉਹ ਪਰਮੇਸ਼ਵਰ ਨੇ ਆਪਣੀ ਨਾਭੀ ਦੇ ਵਿੱਚੋਂ ਕਬਲ ਫੁੱਲ ਪੈਦਾ ਕੀਤਾ। ਕਬਲ ਫੁੱਲ ਦੇ ਵਿੱਚੋਂ ਬ੍ਰਹਮਾ ਜੀ ਪੈਦਾ ਹੋਏ। ਨਾਭ ਕਬਲ ਤੇ ਬ੍ਰਹਮਾ ਉਪਜਿਆ। ਵੇਦ ਪੜ੍ਹੇ ਮੁੱਖ ਕੰਠ ਸਵਾਰ। ਤੇ ਪਰਮੇਸ਼ਵਰ ਦੀ ਉਸਤਤੀ ਦੇ ਵਿੱਚ ਉਹ ਪਰਮੇਸ਼ਵਰ ਦੇ ਵਡਿਆਈ ਦੇ ਵਿੱਚ ਸ਼ਲੋਕ ਵੇਦਾਂ ਰਾਹੀਂ ਉਚਾਰਨ ਕਰਨ ਲੱਗਾ। ਇੱਥੇ ਤੱਕ ਕੱਲ ਸਾਧ ਸੰਗਤ ਜੀ ਕਥਾ ਆਈ ਸੀਗੀ। ਇਸ ਤੋਂ ਅੱਗੇ ਆਰੰਭਤਾ ਹੋ ਰਹੀ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੈਸੇ ਕੈਸੇ ਚੋਜ ਕਰਦੇ, ਕੌਤਕ ਕਰਦੇ ਹੈ। ਇਹ ਸਾਰੀ ਬਾਣੀ ਸਤਿਗੁਰਾਂ ਦੀ ਜਿੰਨੀ ਵੀ ਹੈ, ਇਹ ਸੰਸਾਰ ਦੇ ਜਿੰਨੇ ਵੀ ਪ੍ਰਾਣੀ ਹੈ ਸਾਰਿਆਂ ਨੂੰ ਸਮੱਤ ਦੇਣ ਵਾਲੀ ਹੈ। ਧਰਮ ਜਾਤ ਦਾ ਕੋਈ ਬੰਧਨ ਨਹੀਂ ਹੈ। ਧੰਨ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੋ ਵੀ ਇਸ ਬਾਣੀ ਨੂੰ ਪੜ੍ਹਦਾ ਹੈ
ਉਹੀ ਤਰਦਾ ਹੈ। ਇਹ ਬਾਣੀ ਜਿਸ ਤਰ੍ਹਾਂ ਸਮੁੰਦਰ ਤੇ ਜਹਾਜ਼ ਚੱਲਦਾ ਹੈ, ਉਸ ਤਰ੍ਹਾਂ ਹੈ। ਸੰਸਾਰ ਸਮੁੰਦਰ ਹੈ। ਇਸ ਤੋਂ ਪਾਰ ਕਰਨ ਵਾਸਤੇ, ਜੂਨਾਂ ਤੋਂ ਬਚਣ ਵਾਸਤੇ, ਗੋਤੇ ਖਾਣ ਤੋਂ ਬਚਣ ਵਾਸਤੇ ਇਹ ਗੁਰੂ ਕੀ ਬਾਣੀ ਜਹਾਜ਼ ਮਿੱਤ ਹੈ। ਜਿਸ ਤਰ੍ਹਾਂ ਜਹਾਜ਼ ਦਾ ਪਰਉਪਕਾਰੀ ਸੁਭਾਅ ਹੁੰਦਾ, ਜਹਾਜ਼ ਨੂੰ ਲੱਕੜ ਵੀ ਬਹੁਤ ਲੱਗੀ ਹੁੰਦੀ ਹੈ, ਤੇ ਕਦੀ ਜਹਾਜ਼ ਨੇ ਨਹੀਂ ਵਿਚਾਰਿਆ ਵੀ ਇਹ ਲੱਕੜਹਾਰਾ ਜਿਹਨੇ ਦਰਖਤ ਵੱਢ ਕੇ ਫੱਟੇ ਚੀਰ ਕੇ ਇਸ ਜਹਾਜ਼ ਨੂੰ ਲਾਏ, ਉਹ ਵੀ ਵਿੱਚ ਬੈਠ ਕੇ ਜਾ ਰਿਹਾ, ਇਹਨੇ ਤਾਂ ਘਾਤ ਕੀਤਾ ਸੀ ਮੇਰਾ, ਮੈਂ ਇਹਨੂੰ ਕਿਉਂ ਪਾਰ ਕਰਾਂ। ਇਹੀ ਜਿਹੀ ਵਿਚਾਰ ਕਦੀ ਨਹੀਂ ਕੀਤੀ ਜਹਾਜ਼ ਨੇ। ਉਹ ਲੱਕੜਹਾਰਾ ਜਿਹੜਾ ਜੰਗਲ ਵਿੱਚੋਂ ਲੱਕੜ ਕੱਟਦਾ, ਫੱਟੇ ਚੀਰ ਕੇ ਜਹਾਜ਼ ਬਣਾਉਂਦੇ, ਉਹਨੂੰ ਵੀ ਪਾਰ ਲਾ ਦਿੰਦੀ ਹੈ। ਇਸੇ ਤਰ੍ਹਾਂ ਗੁਰੂ ਕੀ ਬਾਣੀ ਹੈ। ਜਿਹੜਾ ਵੀ ਇਸ ਬਾਣੀ ਦੇ ਚਰਨਾਂ ਦਾ ਆਸਰਾ ਲੈਂਦਾ ਹੈ, ਕਿੰਨਾ ਵੀ ਵੱਡਾ ਪਾਪੀ ਕਿਉਂ ਨਾ ਹੋਵੇ, ਉਸ ਨੂੰ ਇਹ ਗੁਰੂ ਕੀ ਬਾਣੀ ਜਿਹੜੀ ਹੈ ਸੰਸਾਰ ਰੂਪ ਸਮੁੰਦਰ ਤੋਂ ਪਾਰ ਕਰ ਦਿੰਦੀ ਹੈ। ਸੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਿਰਪਾ ਕਰ ਰਹੇ ਹੈ। ਇਹ ਬ੍ਰਹਮਾ ਜੀ ਦੀ ਜਿਹੜੀ ਕਥਾ ਹੈ, ਚਾਰ ਮੁਖ ਦਾ ਬ੍ਰਹਮਾ ਹੈ, ਚਾਰ ਮੂੰਹ ਮੰਨੇ ਜਾਂਦੇ ਹਨ ਬ੍ਰਹਮਾ ਜੀ ਦੇ, ਚਾਰ ਵੇਦਾਂ ਦੇ ਗਿਆਤਾ ਹਨ, ਕਰਤਾ ਹਨ, ਔਰ ਚਾਰੇ ਯੁੱਗਾਂ ਦੀ ਮਰਜ਼ਾਦਾ ਜਿਹੜੀ ਹੈ ਉਹ ਵੇਦਾਂ ਦੇ ਅਨੁਸਾਰ ਬੰਨੀ ਗਈ ਹੈ। ਅਥਰਵਣ ਵੇਦ ਜਿਹੜਾ ਹੈ ਉਹ ਕਲਯੁਗ ਦਾ ਮੰਨਿਆ ਜਾਂਦਾ ਹੈ। ਸੋ ਇसी ਪ੍ਰਕਾਰ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰ ਰਹੇ ਹੈ। ਬ੍ਰਹਮਾ ਨੇ ਵੇਦ ਪੜ੍ਹੇ, ਉਚਾਰੇ, ਉਸਤਤੀ ਕੀਤੀ, ਪਰ ਅੰਤ ਨੂੰ ਉਹ ਵੀ ਹਾਰ ਗਿਆ, ਕਿਉਂਕਿ ਜਿਹਦੇ ਵਿੱਚ ਹਉਮੈ ਆ ਜਾਂਦੀ ਹੈ ਉਹ ਸਾਧ ਸੰਗਤ ਜੀ ਹਾਰਿਆ ਹੀ ਜਾਣੋ। ਹਉਮੈ ਦੀਰਘ ਰੋਗ ਹੈ, ਇਸ ਤੋਂ ਵੱਡਾ ਭਿਆਨਕ ਰੋਗ ਹੀ ਕੋਈ ਨਹੀਂ ਹੈ। ਰੋਗ ਤਾਂ ਵਿਕਾਰ ਸਾਰੇ ਹੀ ਮਾੜੇ ਹੈ, ਪਰ ਹਉਮੈ ਰੋਗ ਮਨੁੱਖ ਕੋ ਦੀਨਾ, ਇਹ ਜਿਹੜਾ ਹਉਮੈ ਦਾ ਰੋਗ ਹੈ ਇਹ ਜਨਮ ਤੋਂ ਲੈ ਕੇ ਮਨੁੱਖ ਨੂੰ ਹੀ ਪ੍ਰਾਪਤ ਹੋਇਆ ਹੋਇਆ। ਕਹਿੰਦੇ ਜਦ ਜੀਵ ਪੈਦਾ ਹੁੰਦਾ ਤੇ ਪਰਮੇਸ਼ਰ ਥਾਪੀ ਦਿੰਦਾ ਹੈ ਉਹਦੇ ਕਮਰ ਦੇ ਵਿੱਚ, ਲੱਕ ਦੇ ਵਿੱਚ, ਵੀ ਤੇਰੇ ਵਰਗਾ ਮੈਂ ਪਹਿਲਾਂ ਪੈਦਾ ਹੀ ਕੋਈ ਨਹੀਂ ਕੀਤਾ। ਹਉਮੈ ਭਾਵ ਭਰ ਕੇ, ਜਨਮ ਤੋਂ ਲੈ ਕੇ ਹਉਮੈ ਭਰ ਕੇ ਜੀਵ ਨੂੰ ਪਰਮੇਸ਼ਰ ਭੇਜਦਾ ਹੈ। ਪਰ ਜਿਹੜੇ ਗੁਰਮੁਖ ਜਨ ਹਨ ਉਹ ਸਾਧ ਸੰਗਤ ਜੀ ਹਉਮੈ ਦਾ ਤਿਆਗ ਕਰਦੇ ਆ, ਵਿਕਾਰਾਂ ਦਾ ਤਿਆਗ ਕਰਦੇ ਆ, ਗੁਰਬਾਣੀ ਦੇ ਆਸ਼ੇ ਅਨੁਸਾਰ ਚੱਲਦੇ ਹਨ। ਸੋ ਬ੍ਰਹਮਾ ਜੀ ਦੀ ਕਥਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਹਨਾਂ ਸਾਧੂਆਂ ਨੂੰ ਸੁਣਾ ਰਹੇ ਹੈ। ਇੱਥੋਂ ਰਮਤਾ ਹੋ ਰਹੀ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੋ ਆਪ ਨਰਾਇਣ ਹਨ, ਨਰ ਦੇ ਸਰੀਰ ਦੇ ਵਿੱਚ ਵਜੂਦ ਧਾਰਨ ਕਰਕੇ, ਚੋਲਾ ਧਾਰਨ ਕਰਕੇ ਮਨੁੱਖੀ ਮਾਤ ਲੋਕ ਤੇ ਜੀਵਾਂ ਨੂੰ ਤਾਰ ਰਹੇ ਹੈ। ਐਸੇ ਸਤਿਗੁਰਾਂ ਦੀ ਕਿਰਪਾ ਨੂੰ ਸਰਦਾ ਭਾਵਨਾ ਦੇ ਨਾਲ ਸਰਵਣ ਕਰੀਏ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ ਦੋਹਰਾ। ਚਤੁਰ ਬੇਦ ਆਸਕਾਰ ਬਹੁਰ ਉਰ ਮੈਂ ਕੀਨ ਵਿਚਾਰ। ਚਾਰ ਵੇਦ ਜਿਹੜੇ ਹਨ ਉਹ ਉਚਾਰਨ ਕੀਤੇ ਹੈ ਬ੍ਰਹਮਾ ਜੀ ਨੇ। ਯੁਜੁਰ ਵੇਦ, ਰਿਗ ਵੇਦ, ਅਥਰਵਣ ਵੇਦ, ਇਹ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਸਾਰੇ ਵੇਦਾਂ ਦਾ ਵਰਣਨ ਹੈ ਵੀ ਕਿਹੜੇ ਯੁੱਗ ਦਾ ਕਿਹੜਾ ਵੇਦ ਹੈ। ਇਹ ਚਾਰੇ ਵੇਦਾਂ ਦੀ ਰਚਨਾ ਕਰਕੇ ਬ੍ਰਹਮਾ ਜੀ ਨੇ ਮਨ ਵਿੱਚ ਵਿਚਾਰ ਕੀਤੀ। ਕਿਸ ਤੇ ਮੈਂ ਉਤਪਾਦ ਪਾਇਓ ਕੋ ਉਪਜਾਵਨ ਹਾਰ। ਭਾਈ ਮੇਰੀ ਉਤਪਤੀ ਕਿੱਥੋਂ ਹੋਈ ਹੈ, ਮੈਂ ਪੈਦਾ ਕਿਵੇਂ ਹੋਇਆ, ਮੈਨੂੰ ਕਿਹਨੇ ਪੈਦਾ ਕੀਤਾ ਹੈ, ਇਹ ਮਨ ਵਿੱਚ ਵਿਚਾਰ ਆਏ। ਚਾਪਏ ਕਰੇ ਦ੍ਰਸ਼ਟ ਦੇਖੇ ਦੇਸ਼ ਚਾਰਾ। ਇਸ ਤਰ੍ਹਾਂ ਬ੍ਰਹਮਾ ਜੀ ਨੇ ਚਾਰ ਚੁਫੇਰੇ ਆਪਣੀ ਨਿਗਾਹ ਘੁਮਾ ਕੇ ਦੇਖਿਆ। ਜਹ ਤਹ ਜਲ ਹੈ ਅਪਰ ਅਪਾਰਾ। ਚਾਰ ਚੁਫੇਰੇ ਪਾਣੀ ਹੀ ਪਾਣੀ ਹੈ, ਹੋਰ ਕੋਈ ਵਸਤੂ ਨਿਗਾਹ ਨਹੀਂ ਆ ਰਹੀ ਹੈ। ਕੈ ਮੈਂ ਹੂੰ ਕੈ ਜਲ ਹੈ ਦੂਜੋ। ਆਪਣੇ ਮਨ ਵਿੱਚ ਵਿਚਾਰਦੇ ਬ੍ਰਹਮਾ ਜੀ ਕਹਿੰਦੇ ਜਾਂ ਮੈਂ ਹੈ ਤੇ ਜਾਂ ਫਿਰ ਦੂਸਰਾ ਪਾਣੀ ਹੈ। ਔਰ ਨਾ ਕੇ ਹਥਾਲ ਦੇਸਤ ਤੀਜੋ। ਤੇ ਹੋਰ ਤੇ ਕੋਈ ਤੀਜਾ ਦਿਸਦਾ ਕੋਈ ਨਹੀਂ ਹੈ, ਪਾਣੀ ਪਾਣੀ ਹੈ।
ਇਹ ਪ੍ਰਾਤਨ ਗ੍ਰੰਥਾਂ ਦੇ ਅਨੁਸਾਰ ਜੋ ਕੁਰੂਕਸ਼ੇਤਰ ਦੀ ਧਰਤੀ ਹੈ, ਇੱਥੇ ਕਹਿੰਦੇ ਪਾਣੀ ਦੇ ਵਿੱਚ ਅਕਾਲ ਪੁਰਖ ਨਿਰੰਕਾਰ ਨੇ 48 ਕੋਹ ਦੇ ਵਿੱਚ ਆਪਣਾ ਚੌਂਕੜਾ ਲਾਇਆ ਹੋਇਆ ਸੀਗਾ, ਤੇ ਇੱਥੇ ਮਨ ਵਿੱਚ ਫੁਰਨਾ ਹੋਇਆ ਸੀ ਮੈਂ ਇੱਕ ਹਾਂ ਤੇ ਇੱਕ ਤੋਂ ਬਹੁਤੇ ਰੂਪਾਂ ਦੇ ਵਿੱਚ ਵੰਡਿਆ ਜਾਵਾਂ, ਇੱਕ ਹੀ ਬਹੁ ਪ੍ਰਜਾ ਜਾਹੇ, ਇੱਕ ਹੀ ਬਹੁ ਸ਼ਾਮ ਪ੍ਰਜਾ ਜਾਹੇ, ਵੀ ਇੱਕ ਤੋਂ ਬਾਹਲੇ ਰੂਪਾਂ ਵਿੱਚ ਹੋ ਜਾਵਾਂ। ਉੱਥੇ ਨਾਭੀ ਤੋਂ ਕਵਲ ਪੈਦਾ ਕੀਤਾ ਤੇ ਕਵਲ ਵਿੱਚੋਂ ਬ੍ਰਹਮਾ ਜੀ ਪੈਦਾ ਹੋਏ। ਹੁਣ ਉਹ ਤੇ ਨਿਰਆਕਾਰ ਹੈ ਕਰਤਾ ਪੁਰਖ ਵਾਹਿਗੁਰੂ, ਇਸੇ ਵਾਸਤੇ ਉਹਨੂੰ ਨਿਰੰਕਾਰ ਕਿਹਾ ਜਾਂਦਾ ਹੈ, ਜਿਹਦਾ ਆਕਾਰ ਹੀ ਕੋਈ ਨਹੀਂ ਹੈ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਹੈ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਦ ਕਹੈ। ਇਸ ਵਾਸਤੇ ਹੈ ਹੀ ਕੁਛ ਨਹੀਂ। ਤੇ ਬ੍ਰਹਮਾ ਜੀ ਨੂੰ ਹਉਮੈ ਹੋ ਗਈ, ਕਹਿਣ ਲੱਗੇ ਜਾਂ ਮੈਂ ਜੇ ਪਾਣੀ ਆ ਤੀ ਤਾਂ ਕੋਈ ਚੀਜ਼ ਹੀ ਨਹੀਂ ਹੈ ਦੇਖਣ ਨੂੰ। ਉਪਜਿਓ ਗਰਭ ਨਾ ਮੋਹ ਬੇਨ ਆਨਾ। ਇਸ ਤਰ੍ਹਾਂ ਮਨ ਵਿੱਚ ਹੰਕਾਰ ਪੈਦਾ ਹੋ ਗਿਆ, ਕਹਿਣ ਲੱਗੇ ਮੈਨੂੰ ਪੈਦਾ ਕਰਨ ਵਾਲਾ ਕੋਈ ਨਹੀਂ ਹੈ, ਮੈਂ ਸ਼ੰਭੂ ਹਾਂ, ਮੈਂ ਰੱਬ ਹਾਂ। ਮੈਂ ਕਿਹ ਉਸਤਤ ਕਰਾਂ ਬਖਾਨਾ। ਇਸ ਵਾਸਤੇ ਮੈਂ ਕਿਹਦੀ ਉਸਤਤੀ ਕਰਾਂ ਜਦ ਹੋਰ ਕੋਈ ਦੂਜਾ ਹੈ ਹੀ ਨਹੀਂ ਮੈਨੂੰ ਪੈਦਾ ਕਰਨ ਵਾਲਾ, ਮੈਂ ਆਪ ਰੱਬ ਹਾਂ। ਕਰਨ ਕਰਾਵਨ ਮੈਂ ਕਰਤਾਰਾ। ਮੈਂ ਆਪ ਹੀ ਕਰਤਾਰ ਹਾਂ, ਕਾਰਨ ਵੀ ਆਪ ਹੀ ਹੈ ਤੇ ਕਾਰਕ ਵੀ ਆਪ ਹੀ ਹੈ, ਦੂਆ ਕੋਈ ਨਹੀਂ ਹੈ। ਅਪਰ ਨਾ ਹੈ ਕੋ ਸਿਰਜਨਹਾਰਾ। ਮੈਨੂੰ ਪੈਦਾ ਕਰਨ ਵਾਲਾ ਦੂਜਾ ਕੋਈ ਨਹੀਂ ਹੈ ਜਿਸ ਨੇ ਮੈਨੂੰ ਸਿਰਜਿਆ ਹੋਵੇ, ਪੈਦਾ ਕੀਤਾ ਹੋਵੇ। ਜੇ ਹੋਵਤ ਤੋ ਦਿਸਤ ਮੋਹੇ। ਬ੍ਰਹਮਾ ਜੀ ਕਹਿੰਦੇ ਜੇ ਮੈਨੂੰ ਕਿਸੇ ਨੇ ਪੈਦਾ ਕੀਤਾ ਹੁੰਦਾ ਤੇ ਉਹ ਮੈਨੂੰ ਪੈਦਾ ਕਰਨ ਵਾਲਾ ਮੈਨੂੰ ਦਿਸਣਾ ਸੀਗਾ। ਲਖਿਓ ਨਾ ਕੋ ਯਾਂਤੇ ਨਹ ਹੋਏ। ਇਸ ਵਾਸਤੇ ਮੈਨੂੰ ਕੋਈ ਦਿਸ ਹੀ ਨਹੀਂ ਰਿਹਾ, ਤੇ ਦਿਸਦਾ ਤਾਂ ਜੇ ਕਿ ਹੁੰਦਾ ਤੇ ਹੈ ਹੀ ਕੋਈ ਨਹੀਂ ਮੈਨੂੰ ਪੈਦਾ ਕਰਨ ਵਾਲਾ, ਮੈਂ ਆਪੇ ਹੀ ਪੈਦਾ ਹੋਇਆ ਹੋਇਆ। ਇਸ ਬੇਧ ਹਿਰਦੈ ਗਰਭ ਜਬ ਪਇਓ। ਇਸ ਤਰ੍ਹਾਂ ਸੰਗਤ ਜੀ ਬ੍ਰਹਮਾ ਜੀ ਨੂੰ ਹੰਕਾਰ ਹੋ ਗਿਆ ਬਹੁਤ ਜ਼ਿਆਦਾ। ਮੈਂ ਹੋ ਅਪਰ ਨਾ ਕਰਤਾ ਬਿਓ। ਇਸ ਵਾਸਤੇ ਕਹਿਣ ਲੱਗੇ ਕੋਈ ਦੂਜਾ ਹੋਰ ਹੈ ਨਹੀਂ, ਮੈਂ ਆਪ ਹੀ ਕਰਤਾ ਪੁਰਖ ਹਾਂ। ਦੋਹਰਾ ਤਬ ਗੰਭੀਰ ਤੁਨ ਸੋ ਮਧੁਰ ਬਾਣੀ ਪਈ ਆਕਾਸ਼। ਇਹ ਜਿਸ ਵੇਲੇ ਹਉਮੈ ਹੋਈ ਬ੍ਰਹਮਾ ਜੀ ਨੂੰ ਤੇ ਸੰਗਤ ਜੀ ਆਕਾਸ਼ ਬਾਣੀ ਹੋਈ। ਕਿਉ ਗਰਭਤ ਬ੍ਰਹਮਾ ਹਿਰਦੈ ਮੈਂ ਹੋ ਕਰਤ ਪ੍ਰਕਾਸ਼। ਬ੍ਰਹਮਾ ਤੂੰ ਹੰਕਾਰ ਕਿਉਂ ਕਰਦਾ ਹੈ? ਤੂੰ ਸ਼ੰਭੂ ਨਹੀਂ ਹੈ, ਤੂੰ ਰੱਬ ਨਹੀਂ ਹੈ, ਤੈਨੂੰ ਪੈਦਾ ਕਰਨ ਵਾਲੀ ਵੀ ਕੋਈ ਤਾਕਤ ਹੈ, ਮੈਂ ਤੈਨੂੰ ਪੈਦਾ ਕੀਤਾ ਹੈ। ਇਹ ਆਕਾਸ਼ ਬਾਣੀ ਦੁਆਰਾ ਆਵਾਜ਼ ਬ੍ਰਹਮਾ ਜੀ ਦੇ ਕੰਨਾਂ ਵਿੱਚ ਪਈ। ਚਾਉ ਪਏ ਜਿਸ ਤੇ ਹੋਇਓ ਜਨਮ ਤੁਮਾਰਾ। ਕਹਿਣ ਲੱਗੇ ਜਨਮ ਜਿਹਦੇ ਤੋਂ ਤੁਹਾਡਾ ਹੋਇਆ ਬ੍ਰਹਮਾ ਜੀ, ਤੈਂ ਕੋ ਖੋਜਾ ਹੋ ਆਏ ਵਿਚਾਰਾ। ਇਸ ਵਾਸਤੇ ਨਾ ਤੁਸੀਂ ਉਸ ਨੂੰ ਲੱਭੋ ਜਿੱਥੋਂ ਤੁਸੀਂ ਪੈਦਾ ਹੋਏ ਹੋਏ ਹੋ। ਸੁਨ ਕਰ ਬ੍ਰਹਮੇ ਬਚਨ ਉਚਾਰਾ। ਇਹ ਬਚਨ ਆਕਾਸ਼ ਬਾਣੀ ਦੇ ਸੁਣੇ ਤੇ ਅੱਗੋਂ ਬ੍ਰਹਮਾ ਜੀ ਕਹਿਣ ਲੱਗੇ ਭਲੇ ਭਾਂਤ ਸਭ ਸਥਲ ਨਿਹਾਰਾ। ਕਹਿਣ ਲੱਗੇ ਮੈਂ ਤਾਂ ਸਾਰਾ ਚੰਗੀ ਤਰ੍ਹਾਂ ਦੇਖ ਲਿਆ ਹੈ। ਕਹਿ ਮੈਂ ਹੋ ਕਹਿ ਜਲ ਹੈ ਇਹਾਂ। ਇੱਥੇ ਹੋਰ ਹੈ ਹੀ ਨਹੀਂ ਕੋਈ ਚੀਜ਼, ਜਾਂ ਮੈਂ ਹੈ ਤੇ ਜਾਂ ਦੂਸਰਾ ਪਾਣੀ ਹੈ। ਆਪਰ ਨਾ ਪੇਖਿਓ ਪੇਖ ਬਹੁ ਰਹਾ। ਮੈਂ ਬੜਾ ਦੇਖਿਆ ਚਾਰ ਚਫੇਰੇ, ਕੋਈ ਚੀਜ਼ ਦਿਸਦੀ ਨਹੀਂ ਮੈਨੂੰ ਜਿਹਨੇ ਮੈਨੂੰ ਪੈਦਾ ਕੀਤਾ ਹੋਵੇ। ਜੇ ਕਰ ਤੀਜੋ ਹੈ ਕਿਹ ਥਾਈ। ਜੇ ਕੋਈ ਤੀਸਰੀ ਵਸਤੂ ਹੈ ਸੋ ਮੋਕੋ ਅਬ ਦੇਹੋ ਬਤਾਏ। ਤੇ ਉਹ ਤੁਸੀਂ ਦੱਸ ਦੇਵੋ, ਮੈਨੂੰ ਤਾਂ ਕੁਝ ਨਹੀਂ ਦਿਸਦਾ, ਮੈਨੂੰ ਤਾਂ ਮੈਂ ਆਪ ਦਾ ਆਪ ਦੇਖ ਰਿਹਾ ਜਾਂ ਪਾਣੀ ਦੇਖ ਰਿਹਾ, ਤੀਸਰੀ ਕੋਈ ਚੀਜ਼ ਦਿਸ ਹੀ ਨਹੀਂ ਰਹੀ ਹੈ। ਤਬ ਆਕਾਸ਼ ਬਾਣੇ ਨੈ ਕਹਾ। ਇਹ ਜਿਸ ਵੇਲੇ ਬਾਚਨ ਬ੍ਰਹਮਾ ਜੀ ਨੇ ਕੀਤੇ ਤੇ ਦੁਬਾਰਾ ਫਿਰ ਆਕਾਸ਼ ਬਾਣੀ ਵਿੱਚੋਂ ਆਵਾਜ਼ ਪ੍ਰਗਟ ਹੋਈ ਆਕਾਸ਼ ਬਾਣੀ ਰਾਹੀਂ। ਜਿਸ ਪਰ ਬੈਠ ਪਰਮ ਸੁਖ ਲਹਾ। ਸੋ ਬ੍ਰਹਮਾ ਜੀ ਜਿਹਦੇ ਉੱਤੇ ਬੈਠ ਕੇ ਤੁਸੀਂ ਆਨੰਦ ਮਾਣ ਰਹੇ ਹੋ ਪਾਣੀ ਦੇ ਵਿੱਚ, ਸੋ ਆਪਣੇ ਤੋਂ ਆਦ ਪਛਾਨ। ਇਹ ਤੁਹਾਡਾ ਮੂਲ ਮੁੱਢ ਜਾਣਨਾ ਕਰੋ, ਭਾਵ ਕਵਲ ਦਾ ਫੁੱਲ। ਇਸ ਕੋ ਖੋਜ ਗਰਭ ਪੁਨ ਠਾਨ। ਹਾਂਜੀ ਪੜਿਆ। ਇਸ ਕੋ ਖੋਜ ਗਰਭ ਪੁਨ ਠਾਨ। ਪਹਿਲਾਂ ਤਾਂ ਤੂੰ ਲੱਭ ਇਹਨੂੰ
ਕਬਲ ਨੂੰ ਜਿਹਦੇ ਵਿੱਚੋਂ ਤੂੰ ਪੈਦਾ ਹੋਇਆ, ਜੇ ਤੈਨੂੰ ਫੇਰ ਵੀ ਕੋਈ ਪ੍ਰਾਪਤੀ ਨਾ ਹੋਵੇ ਫੇਰ ਹੰਕਾਰ ਕਰਨਾ। ਦੇਖ ਕਮਲ ਬਿਦ ਗਿਰਾ ਉਚਾਰੇ। ਉਹ ਕਮਲ ਦੇ ਵਿੱਚ ਬੈਠੇ ਹੋਏ ਸੀ ਬਰਮਾ ਜੀ, ਤੇ ਕਮਲ ਨੂੰ ਦੇਖ ਕੇ ਬਰਮਾ ਜੀ ਕਹਿਣ ਲੱਗੇ, ਇਹ ਤੋ ਛੋਟੋ ਮੋਹੇ ਅਗਾਰੇ। ਕਹਿਣ ਲੱਗਾ ਕਬਲ ਤੇ ਕੁਛ ਵੀ ਨਹੀਂ, ਮੇਰੀ ਤਾਂ ਦੇਹ ਬਹੁਤ ਵੱਡੀ, ਕਬਲ ਦਾ ਫੁੱਲ ਛੋਟਾ ਜਿਹਾ ਹੈ। ਪੇਖੋਂ ਵਿਸ਼ਾਲ ਆਪਨੇ ਦੇਹੇ। ਮੇਰੀ ਦੇਹੀ ਤਾਂ ਸਰੀਰ ਬਾਹਲਾ ਵੱਡਾ ਹੈ। ਅਸਮੰਜਸ ਪੁਨ ਆਏ ਨਾ ਕਹੇ। ਇਹ ਮੇਰੇ ਮਨ ਦੇ ਵਿੱਚ ਦੁਬਿਧਾ ਬਣੀ ਹੋਈ ਹੈ ਵੀ ਮੈਂ ਤੇ ਇਹਦੀ ਵਿੱਚ ਆ ਹੀ ਨਹੀਂ ਸਕਦਾ, ਕਬਲ ਫੁੱਲ ਵਿੱਚੋਂ ਮੈਂ ਕਿਵੇਂ ਪੈਦਾ ਹੋਇਆ। ਅਲਪ ਵਾਸਤ ਕਸ ਜਨ ਹੈ ਵਿਸਾਲਾ। ਇਹ ਤੇ ਬਹੁਤ ਛੋਟਾ ਹੈ ਕਬਲ ਦਾ ਫੁੱਲ, ਇਹਦੇ ਵਿੱਚੋਂ ਮੈਂ ਕਿਵੇਂ ਪੈਦਾ ਹੋ ਸਕਦਾ ਹਾਂ। ਨਭ ਮਹਿ ਬੋਲੇ ਬਹੁਰ ਅਕਾਲਾ। ਇਹ ਜਿਸ ਵੇਲੇ ਬਾਚਨ ਬਰਮਾ ਜੀ ਨੇ ਕੀਤੇ ਤੇ ਆਕਾਸ਼ ਵਿੱਚੋਂ ਫੇਰ ਬਾਣੀ ਪ੍ਰਗਟ ਹੋਈ। ਜਬ ਪਲ ਭਾਂਤ ਖੋਜ ਨਾ ਠਾਨਹੁ। ਇਹ ਬਰਮਾ, ਜਦ ਤੁਸੀਂ ਚੰਗੀ ਤਰ੍ਹਾਂ ਲੱਭ ਲਵੋਗੇ ਇਸ ਕਬਲ ਨੂੰ, ਅਲਪ ਵਿਸਾਲ ਤਬ ਹੈ ਪਹਿਚਾਨਹੁ। ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਵੀ ਛੋਟਾ ਕੀ ਹੈ ਤੇ ਵੱਡਾ ਕੀ ਹੈ। ਵੇਖ ਕੇ ਹੀ ਨਾ ਕਹੀ ਜਾਓ ਵੀ ਇਹ ਕਬਲ ਤੇ ਬਹੁਤ ਛੋਟਾ ਹੈ, ਮੇਰੀ ਦੇਹੀ ਬਾਹਲੀ ਵੱਡੀ ਹੈ, ਮੈਂ ਇਹਦੇ ਵਿੱਚੋਂ ਕਿਵੇਂ ਪੈਦਾ ਹੋ ਗਿਆ। ਇਹ ਬਾਅਦ ਵਿੱਚ ਕਰਨਾ, ਪਹਿਲਾਂ ਤੁਸੀਂ ਨਿਰਣਾ ਕਰ ਲਓ ਇਸ ਗੱਲ ਦਾ। ਸੁਨ ਕੈ ਬ੍ਰਹਮਾ ਚਕਿਰਤ ਹੋਆ। ਇਹ ਆਕਾਸ਼ ਬਾਣੀ ਦੁਆਰਾ ਬਚਨ ਸੁਣੇ ਬਰਮਾ ਜੀ ਨੇ ਤੇ ਹੈਰਾਨ ਹੋ ਗਏ। ਚਿੰਤਾ ਕਰਤ ਕਮਲ ਦੇਸ਼ ਜੋਵਾ। ਬੜੀ ਮਨ ਵਿੱਚ ਫਿਕਰ ਹੋਈ ਵੀ ਇਹ ਕਬਲ ਦਾ ਫੁੱਲ ਨਿਕਾ ਜਿਹਾ, ਮੇਰੀ ਦੇਹੀ ਕਿੰਨੀ ਵੱਡੀ, ਮੈਂ ਇਹਦੇ ਵਿੱਚੋਂ ਪੈਦਾ ਕਿਵੇਂ ਹੋ ਗਿਆ। ਇਹ ਕਰਕੇ ਕਬਲ ਫੁੱਲ ਨੂੰ ਦੇਖਿਆ, ਮੈਂ ਵਿਸਾਲ ਇਹੋ ਅਲਪ ਦਿਸਾਏ। ਮੈਂ ਬਹੁਤ ਵੱਡਾ ਹਾਂ, ਇਹ ਕਬਲ ਫੁੱਲ ਬਹੁਤ ਛੋਟਾ ਹੈ। ਉਤਪਾਤ ਮਮ ਕਿਸ ਬੇਦ ਬਨ ਆਏ। ਤੇ ਮੇਰੀ ਉਤਪਤੀ ਪਦੈਸ਼ ਜਿਹੜੀ ਹੈ ਇਹ ਕਬਲ ਵਿੱਚੋਂ ਕਿਵੇਂ ਹੋ ਸਕਦੀ ਹੈ। ਬਹੁ ਚਿਤਵਤ ਆਸ ਹਿਰਦਾ ਵਿਚਾਰੇ। ਇਸ ਤਰ੍ਹਾਂ ਬਰਮਾ ਜੀ ਨੇ ਇਹ ਮਨ ਵਿੱਚ ਵਿਚਾਰ ਕੀਤੇ ਹਨੋ ਲਾਤ ਜੇ ਲੈ ਸਹਾਰੇ। ਕਿ ਮੈਂ ਲੱਤ ਮਾਰਦਾ ਇਹਨੂੰ ਕਬਲ ਫੁੱਲ ਨੂੰ, ਜੇ ਤਾਂ ਕਬਲ ਨੇ ਮੇਰੀ ਲੱਤ ਨੂੰ ਚੋਟ ਨੂੰ ਸਹਿ ਲਿਆ, ਲੱਤ ਦੇ ਨੂੰ, ਤਉ ਜਨ ਹੋਂਗੋ ਇਹ ਮਮ ਆਦ। ਤੇ ਤਾਂ ਮੈਂ ਸਮਝੂਗਾ ਵੀ ਵਾਕਿਆ ਮੈਂ ਇਹਦੇ ਵਿੱਚੋਂ ਪੈਦਾ ਹੋਇਆ ਹੈ। ਟੁੱਟ ਗਇਓ ਜਬ ਸਮਝੋ ਬਾਦ। ਤੇ ਜੇ ਇਹ ਕਬਲ ਦਾ ਫੁੱਲ ਜਿਹੜਾ ਹੈ ਮੇਰੇ ਲੱਤ ਮਾਰਨ ਦੇ ਨਾਲ ਟੁੱਟ ਗਿਆ ਤੇ ਮੈਂ ਸਮਝੂਗਾ ਵੀ ਐਵੇਂ ਬੇਅਰਥੀ ਆਕਾਸ਼ ਬਾਣੀ ਹੋਈ ਹੈ, ਝੂਠੀ ਹੈ ਇਹ ਆਕਾਸ਼ ਬਾਣੀ। ਕਰ ਵਿਚਾਰ ਤਬ ਲਾਤ ਪ੍ਰਹਾਰੇ। ਇਹ ਵਿਚਾਰ ਕਰਕੇ ਬਰਮਾ ਜੀ ਨੇ ਕਬਲ ਫੁੱਲ ਨੂੰ ਲੱਤ ਮਾਰੀ। ਚਲਿਓ ਨਾ ਕਮਲ ਦੁਤਿ ਤਬ ਮਾਰੇ। ਤੇ ਉਹ ਜਿਹੜਾ ਕਬਲ ਸੀ ਨਾ ਫੁੱਲ, ਉਹ ਉਸੇ ਤਰ੍ਹਾਂ ਖਿੜਿਆ ਰਿਹਾ, ਉਹਨੂੰ ਕੁਝ ਵੀ ਨਹੀਂ ਹੋਇਆ। ਗੁੱਸੇ ਵਿੱਚ ਆ ਕੇ ਫੇਰ ਲੱਤ ਮਾਰੀ ਬਰਮਾ ਜੀ ਨੇ ਕਬਲ ਫੁੱਲ ਨੂੰ। ਹਾਨਤ ਪਰਿਓ ਤੇ ਕੇ ਮਦ ਜਾਏ। ਤੇ ਜਿਸ ਵੇਲੇ ਲੱਤ ਮਾਰੀ ਨਾ ਕਬਲ ਦਾ ਤੇ ਕੁਝ ਨਹੀਂ ਵਿਗੜਿਆ, ਆਪ ਬਰਮਾ ਜੀ ਉਹ ਕਬਲ ਫੁੱਲ ਦੇ ਵਿੱਚ ਜਾ ਕੇ ਡਿੱਗ ਪਏ। ਗਇਓ ਨਾਲ ਮਹੇ ਠੌਰ ਨਾ ਪਾਏ। ਉਹ ਜਿਹੜੀ ਨਾਲੀ ਸੀ ਨਾ ਕਬਲ ਫੁੱਲ ਦੀ, ਉਹਦੇ ਵਿੱਚ ਬਾਗੇ ਬਰਮਾ ਜੀ। ਦੋਹਰਾ ਜਿਉ ਵਿਸਾਲ ਗੰਭੀਰ ਮਹਿ ਕੋਪ ਰੋਰ ਪਰ ਜਾਏ। ਤੇ ਇਸ ਤਰ੍ਹਾਂ ਡਿੱਗੇ ਜਿਵੇਂ ਨਾ ਕਿਸੇ ਵੱਡੇ ਖੂਹ ਦੇ ਵਿੱਚ ਰੋੜਾ ਸਿੱਟ ਦਈਏ ਤੇ ਰੋੜਾ ਥੱਲੇ ਨੂੰ ਜਾਂਦਾ ਹੈ, ਐਂ ਉਹ ਕਬਲ ਫੁੱਲ ਦੀ ਨਾਭੀ ਦੇ ਵਿੱਚ ਜਿਹੜੀ ਉਹ ਡੋਡੀ ਸੀਗੀ, ਨਲੀ ਸੀਗੀ ਕਬਲ ਫੁੱਲ ਦੀ, ਉਹਦੇ ਵਿੱਚ ਡਿੱਗ ਕੇ ਤੇ ਥੱਲੇ ਨੂੰ ਜਾਣ ਲੱਗੇ ਬਰਮਾ ਜੀ। ਤਿਉ ਤਿਸ ਮੈਂ ਗਿਰ ਕਹਿ ਗਇਓ ਥਾਏ ਨਾ ਕਿਤਹੋਂ ਪਾਏ। ਕੋਈ ਥਾਂ ਲੱਭਦਾ ਹੀ ਨਹੀਂ ਹੈ, ਕੋਈ ਜਗ੍ਹਾ ਲੱਭਦੀ ਨਹੀਂ ਹੈ। ਉਹ ਕਬਲ ਫੁੱਲ ਦੀ ਨਾਭੀ ਡੋਡੀ ਨਲੀ ਜਿਹੜੀ ਹੈ ਉਹਦੇ ਵਿੱਚ ਥੱਲੇ ਹੀ ਥੱਲੇ ਬਰਮਾ ਜੀ ਤੁਰੇ ਜਾ ਰਹੇ ਹਨ। ਚਾਉ ਪਏ ਚਲੋ ਜਾਤ ਚਿਰਕਾਲ ਬਿਤਾਵਾ। ਇਸ ਤਰ੍ਹਾਂ ਬੜਾ ਸਮਾਂ ਹੋ ਗਿਆ, ਉਹ ਕਬਲ ਦੀ ਨਾਲੀ ਜਿਹੜੀ ਹੈ ਨਾ ਉਹ ਮੁੱਕਦੀ ਹੈ, ਨਾ ਬ੍ਰਹਮਾ ਜੀ ਸਤਲ ਵੱਲ ਜਾਣ ਤੋਂ ਰੁਕਦੇ ਹਨ। ਠਹਿਰਨ ਥਾਨ ਕਹੋ ਨਹਿ ਪਾਵਾ। ਕੋਈ ਜਗ੍ਹਾ ਇਹੋ ਜਿਹੀ ਲੱਭੀ ਨਹੀਂ ਜਿੱਥੇ ਬ੍ਰਹਮਾ ਜੀ ਖਲੋ ਸਕਣ, ਤੁਰੇ ਹੀ ਜਾ ਰਹੇ ਹੈ ਨਾਲੀ ਦੇ ਵਿੱਚ। ਜਿਵੇਂ ਖੂਹ ਵਿੱਚ ਰੋੜਾ ਸੁੱਟ ਕੇ ਠਾਹ ਨੂੰ ਜਾਂਦਾ, ਐਉਂ ਉਹ ਕਬਲ ਦੀ ਨਾਭੀ ਦੇ ਵਿੱਚ ਡੋਡੀ ਦੇ ਰਾਹੀਂ ਨਾਲੀ ਦੇ ਵਿੱਚ ਦੀ ਤੁਰੇ ਜਾ ਰਹੇ ਬ੍ਰਹਮਾ ਜੀ ਥੱਲੇ ਨੂੰ।
ਕਬ ਸਿਰ ਉਪਰ ਕਬ ਹੈ ਨੀਚੇ। ਜਿਹੜੇ ਕਬਲ ਨੂੰ ਕਹਿੰਦੇ ਸੀ ਬਾਲਾ ਹੀ ਛੋਟਾ ਹੈ, ਮੇਰਾ ਤੇ ਪੈਰ ਵੀ ਨਹੀਂ ਆਉਣਾ ਇਹਦੇ ਵਿੱਚ, 2 ਲੱਤਾਂ ਦੇ ਵਾਰ ਕੀਤੇ ਸੀਗੇ ਕਬਲ ਫੁੱਲ ਨੂੰ ਤੋੜਨ ਵਾਸਤੇ। ਐਡਾ ਕਬਲ ਦੀ ਉਹ ਡੋਡੀ ਬਣ ਗਈ, ਨਾਲੀ ਬਣ ਗਈ, ਕਦੀ ਸਿਰ ਥੱਲੇ ਨੂੰ ਹੋ ਜਾਂਦਾ ਬਰਮਾ ਜੀ ਦਾ, ਕਦੀ ਉੱਪਰ ਨੂੰ ਹੋ ਜਾਂਦਾ ਹੈਗਾ, ਤੇ ਥੱਲੇ ਹੀ ਧੱਸਦੇ ਜਾ ਰਹੇ ਹੈ। ਚਲਿਓ ਜਾਤ ਤਿਸ ਨਾਲੇ ਵਿੱਚ। ਤੇ ਇਸ ਤਰ੍ਹਾਂ ਉਹ ਨਾਲੀ ਦੇ ਵਿੱਚ ਦੀ, ਨੜੇ ਦੇ ਵਿੱਚ ਦੀ ਤੁਰੇ ਜਾ ਰਹੇ ਨੇ ਬ੍ਰਹਮਾ ਜੀ। ਬਹਿਬਲ ਹਵੈ ਅਤ ਹੈ ਦੁਖ ਪਾਵਾ। ਤੁਰੇ ਜਾ ਰਹੇ ਨੇ ਰਸਾਤਲ ਨੂੰ, ਤੇ ਬਹੁਤ ਬਹਿਬਲ ਹੋਣ ਲੱਗੇ, ਦੁਖੀ ਹੋਣ ਲੱਗੇ। ਉਬਰਨ ਕੋ ਨਹਿ ਪਾਏ ਉਪਾਵਾ। ਹੁਣ ਕੋਈ ਯਤਨ ਨਹੀਂ ਹੈ ਜਿਹਦੇ ਨਾਲ ਬਚਾਓ ਹੋ ਸਕੇ ਬਰਮਾ ਜੀ ਦਾ। ਉਹ ਨਾਲੀ ਰਾਹੀਂ ਥੱਲੇ ਰਸਾਤਲ ਨੂੰ ਭੱਜੇ ਜਾ ਰਹੇ ਹੈ, ਹੱਥ ਪਾਉਣ ਨੂੰ ਕੋਈ ਜਗ੍ਹਾ ਨਹੀਂ ਹੈ। ਆਦ ਮਦ ਅੰਤ ਹਉ ਸਾਰੇ। ਤੇ ਕਹਿੰਦੇ ਸੀ ਬਰਮਾ ਜੀ, ਆਦ ਮੁੱਢ ਵਿੱਚ ਵੀ ਮੈਂ ਸੀ, ਮੱਧ ਵਿੱਚ ਵੀ ਮੈਂ, ਅੰਤ ਵਿੱਚ ਵੀ ਮੈਂ ਹੀ ਰਹਿਣਾ, ਹੋਰ ਦੂਆ ਹੈ ਹੀ ਕੋਈ ਨਹੀਂ। ਪ੍ਰਥਮ ਗਰਭ ਤੇ ਬਚਨ ਉਚਾਰੇ। ਉਹ ਜਿਹੜੇ ਹੰਕਾਰ ਦੇ ਵਿੱਚ ਬਚਨ ਕਰ ਬੈਠੇ ਸੀ ਬਰਮਾ ਜੀ, ਸੋ ਸਭ ਗਰਭ ਗਇਓ ਤੇਹ ਉਰਤੇ। ਉਹ ਜਿਸ ਵੇਲੇ ਨੜੂ ਦੇ ਵਿੱਚ ਦੀ ਭੱਜੇ ਜਾ ਰਹੇ, ਡਿੱਗਦੇ ਜਾ ਰਹੇ ਹੈ, ਤੇ ਜਿਹੜਾ ਰੱਬ ਹੋਣ ਦਾ ਭੁਲੇਖਾ ਖਾ ਕੇ ਹੰਕਾਰ ਦੇ ਵਿੱਚ ਆ ਕੇ ਕਹਿੰਦੇ ਸੀ ਮੈਂ ਸ਼ੰਭੂ ਹਾਂ, ਮੈਂ ਰੱਬ ਹਾਂ, ਮੈਨੂੰ ਪੈਦਾ ਕਰਨ ਵਾਲਾ, ਉਹ ਹੰਕਾਰ ਸਾਰਾ ਹੀ ਟੁੱਟ ਗਿਆ ਬਰਮਾ ਜੀ ਦਾ। ਪਾਏ ਸ਼ਰਮ ਜਬ ਗਿਰਗਾ ਧੁਰ ਤੇ। ਤੇ ਜਦੋਂ ਡਿੱਗੇ ਨਾ ਉਸ ਨੜੂ ਦੇ ਵਿੱਚ, ਕਵਲ ਫੁੱਲ ਦੀ ਨਾਲੀ ਦੇ ਵਿੱਚ, ਹੰਕਾਰ ਦੂਰ ਹੋ ਗਿਆ। ਹੁਣ ਤੇ ਡਰ ਲੱਗਣ ਲੱਗ ਪਿਆ ਵੀ ਮੈਂ ਇਹਦੇ ਵਿੱਚੋਂ ਨਿਕਲਾਂਗਾ ਕਿਵੇਂ। ਪਾਇਓ ਦੁਖਾਤੁਰ ਰੋਦਨ ਕਰਹਿ। ਦੁਖੀ ਹੋ ਗਏ ਬਰਮਾ ਜੀ, ਦੁਖੀ ਹੋਏ ਹੋਏ ਉੱਚੀ ਉੱਚੀ ਰੋਣ ਲੱਗੇ। ਉਸਤਾਦ ਪ੍ਰਭ ਕੇ ਬਾਹਰ ਉਚਾਰਹਿ। ਅਤੇ ਫੇਰ ਪਰਮੇਸ਼ਵਰ ਨਿਰੰਕਾਰ ਦੀ ਉਸਤਤੀ ਕਰਨੀ ਸ਼ੁਰੂ ਕੀਤੀ ਬਰਮਾ ਜੀ ਨੇ। ਨਮੋ ਨਮੋ ਅਬਨਾਸੇ ਸੁਆਮੀ। ਇਹ ਮੇਰੇ ਸੁਆਮੀ, ਮੇਰੇ ਮਾਲਕ ਕਰਤੇ ਜੀ, ਮੇਰੀ ਤੁਹਾਨੂੰ ਨਮਸਕਾਰ ਹੈ, ਨਮਸਕਾਰ ਹੈ। ਕਿਉਂ? ਤੁਸੀਂ ਅਬਨਾਸੀ ਹੋ, ਨਾਸ ਤੋਂ ਰਹਿਤ ਹੋ। ਰੂਪ ਨਾ ਰੇਖ ਨਾ ਰੂਪ ਨਾ ਰੇਖ ਨਾ ਅੰਤਰਯਾਮੇ। ਇਹ ਸਾਰਿਆਂ ਦੇ ਦਿਲਾਂ ਦੀਆਂ ਜਾਣਨ ਹਾਰੇ ਕਰਤੇ ਜੀ, ਤੁਹਾਡਾ ਕੋਈ ਚਿੰਨ ਆਕਾਰ ਨਹੀਂ ਹੈ। ਪਾਰ ਬ੍ਰਹਮ ਪਰਮੇਸ਼ਰ ਕਰਤਾ। ਸਾਰੀ ਸ੍ਰਿਸ਼ਟੀ ਦੇ ਕਰਤਾ ਹੋ। ਪਾਰ ਬ੍ਰਹਮ, ਉਹ ਬ੍ਰਹਮ ਜੀ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ ਹੈ। ਗੰਜਨ ਗਰਭ ਸਕਲ ਦੁਖ ਹਰਤਾ। ਸਾਰੇ ਦੁੱਖਾਂ ਦੇ ਨਾਸ ਕਰਨ ਵਾਲੇ ਹੋ, ਹੰਕਾਰੀਆਂ ਦੇ ਹੰਕਾਰ ਨੂੰ ਤੋੜਨ ਵਾਲੇ ਹੋ। ਸ਼੍ਰੀ ਅਕਾਲ ਪਿਖ ਦੇਨ ਦਇਆਲਾ। ਸੋ ਹੇ ਅਕਾਲ ਪੁਰਖ ਵਾਹਿਗੁਰੂ, ਉਸ ਕਰਤਾ ਪੁਰਖ ਵਾਹਿਗੁਰੂ ਜਿਹੜਾ ਦੀਨਾਂ ਦੇ ਉੱਤੇ ਦਇਆ ਕਰਦਾ ਹੈ। ਕਾਢ ਨਾਲ ਤੇ ਲਿਆ ਤਤਕਾਲਾ। ਦਇਆ ਆ ਗਈ ਕਰਤੇ ਦੇ ਮਨ ਵਿੱਚ, ਤੇ ਬਰਮਾ ਰੋੜੇ ਪੈ ਗਿਆ, ਡਰ ਗਿਆ, ਬਾਹਲਾ ਜ਼ਿਆਦਾ ਘਬਰ ਗਿਆ ਹੈ, ਬਚਾਈਏ ਹੁਣ ਇਸ ਨੂੰ। ਤੇ ਇਸ ਤਰ੍ਹਾਂ ਬਰਮਾ ਜੀ ਦੀਆਂ ਬੇਨਤੀਆਂ ਸੁਣ ਕੇ ਅਕਾਲ ਪੁਰਖ ਨੇ ਫੁਰਨਾ ਕੀਤਾ ਵੀ ਇਹਨੂੰ ਬਚਾਉਣਾ ਚਾਹੀਦਾ ਬਰਮਾ ਨੂੰ। ਤਮ ਗੁਬਾਰ ਤੇ ਬਾਹਰ ਆਇਓ। ਤੇ ਇਸ ਤਰ੍ਹਾਂ ਜਿਹੜਾ ਘੋਰ ਹਨੇਰਾ ਸੀਗਾ, ਔਰ ਸਾਤਲ ਨੂੰ ਤੁਰੇ ਜਾ ਰਹੇ ਸੀ ਬਰਮਾ ਜੀ, ਉਹ ਕਵਲ ਦੀ ਨਾਭੀ ਦੇ ਵਿੱਚ ਦੀ ਭੱਜੇ ਜਾਂਦੇ ਥੱਲੇ ਨੂੰ। ਉੱਥੋਂ ਨਿਰੰਕਾਰ ਨੇ ਫਿਰ ਰੱਖਿਆ ਕੀਤੀ, ਬਾਹਰ ਕੱਢ ਲਿਆ ਜਦ ਬ੍ਰਹਮਾ ਨੇ ਇਸ ਤਰ੍ਹਾਂ ਬੇਨਤੀਆਂ ਕੀਤੀਆਂ। ਬੈਠ ਕਮਲ ਪਰ ਬਹੁ ਸੁਖ ਪਾਇਓ। ਤੇ ਉਪਰੰਤ ਪਹਿਲੇ ਦੀ ਤਰ੍ਹਾਂ ਜਿਵੇਂ ਪਹਿਲਾਂ ਕਵਲ ਫੁੱਲ ਦੇ ਵਿੱਚ ਚੌਂਕੜਾ ਮਾਰ ਕੇ ਬੈਠੇ ਸੀਗੇ, ਇਸ ਤਰ੍ਹਾਂ ਉਹ ਕਵਲ ਦੀ ਨਾਲੀ ਦੇ ਵਿੱਚੋਂ ਨਿਕਲ ਕੇ ਕਵਲ ਫੁੱਲ ਵਿੱਚ ਚੌਂਕੜਾ ਮਾਰ ਕੇ ਬੈਠ ਗਏ। ਕਰਨ ਪ੍ਰਸ਼ੰਸਾ ਲਗਿਓ ਬਹੋਰੇ। ਅਤੇ ਕਰਤੇ ਪੁਰਖ ਵਾਹਿਗੁਰੂ ਦੀ ਵਡਿਆਈ ਕਰਨ ਲੱਗੇ ਹਨ ਬਰਮਾ ਜੀ। ਬੰਦਹਿ ਬਾਰ ਬਾਰ ਕਰ ਜੋਰੇ। ਦੋਨੋਂ ਹੱਥ ਜੋੜ ਕੇ ਬਾਰ ਬਾਰ ਕਰਤੇ ਪੁਰਖ ਵਾਹਿਗੁਰੂ ਨੂੰ ਨਮਸਕਾਰਾਂ ਕਰਦੇ ਹੈ, ਨਾਲ ਉਸ ਵਾਹਿਗੁਰੂ ਦੀਆਂ ਉਸਤਤੀਆਂ ਕਰਦੇ, ਸੋਭਾ ਵਡਿਆਈ ਗਾਇਨ ਕਰ ਰਹੇ ਹਨ। ਆਗਮ ਅਗੋਚਰ ਅਲਖ ਅਨੰਤਾ। ਹੇ ਬੇਅੰਤ ਮੇਰੇ ਵਾਹਿਗੁਰੂ, ਤੁਸੀਂ ਅਗੰਮ ਹੋ, ਅਲੱਖ ਹੋ, ਤੁਹਾਨੂੰ ਕੋਈ ਲੱਖ ਹੀ ਨਹੀਂ, ਜਾਣ ਹੀ ਨਹੀਂ ਸਕਦਾ। ਚਿੰਨ ਆਕਾਰ ਕਿਹੋ ਜਿਹਾ ਹੈ ਤੁਹਾਡਾ, ਜਾਤ ਗੋਦ ਕਿਹੋ ਜਿਹੀ ਹੈ। ਇਹ ਜੋਗੀ ਜਿਹੜੇ ਸਾਧ ਸੰਗਤ ਜੀ ਹਨ, ਇਹਨਾਂ ਨੇ ਪਰਮੇਸ਼ਵਰ ਨੂੰ ਅੰਗੂਠੇ ਜਿੰਨਾ ਮੰਨਿਆ ਹੈ। ਗੁਰਬਾਣੀ ਤਾਂ ਨਹੀਂ ਇਸ ਗੱਲ ਨਾਲ ਸਹਿਮਤ। ਜੋਗੀ ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾਰ,
ਸੂਖਮ ਮੂਰਤ ਨਾਮ ਨਿਰੰਜਨ। ਅਗੁਸ਼ਟ ਪ੍ਰਮਾਣ ਮੰਨਦੇ ਨੇ ਜੋਗੀ, ਤੇ ਨਾਮ ਉਹਦਾ ਨਿਰੰਜਨ ਹੈ। ਤਾਈਓ ਤਤ ਜੋ ਨਿਰੰਜਨ ਦਾ ਜਾਪ ਕਰਦੇ ਹਨ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ, ਜਿਹੇ ਜਿਹਾ ਪਰਮੇਸ਼ਰ ਤੂੰ ਸੋਹਣਾ ਸੁੰਦਰ ਹੈ, ਇਹ ਜਿਹਾ ਦੁਨੀਆ ਤੇ ਤਿੰਨਾਂ ਲੋਕਾਂ ਤੇ ਸਾਰੇ ਸੰਸਾਰ ਤੇ ਤੁਹਾਡੇ ਚਰਨਾਂ ਵਰਗਾ ਵੀ ਕੋਈ ਨਹੀਂ ਹੈ। ਕਿਹਦੀ ਤੁਹਾਡੇ ਨਾਲ ਉਪਮਾ ਕੀਤੀ ਜਾਵੇ, ਅਨੁਪਮਾ ਉਪਮਾ ਤੋਂ ਰਹਿਤ ਹੋ। ਸੋ ਇਸ ਵਾਸਤੇ ਉਹ ਜਿਹੜਾ ਕਰਤਾ ਹੈ ਅਲੱਖ ਹੈ, ਜੋ ਲਿਖਿਆ ਨਹੀਂ ਜਾਂਦਾ, ਜਾਣਿਆ ਨਹੀਂ ਜਾ ਸਕਦਾ। ਅਚੋਤ ਅਭੈ ਸ਼੍ਰੀ ਭਗਵੰਤਾ। ਉਹ ਭਗਵਾਨ ਜਿਹੜੇ ਅਚੁੱਤ ਹਨ ਤੇ ਅਭੈ, ਡਰ ਤੋਂ ਰਹਿਤ ਹੈ, ਕਿਸੇ ਦੇ ਡਰਾਇਆ ਡਰਦੇ ਨਹੀਂ ਹਨ। ਸਤ ਅਰੂਪ ਅਨੂਪ ਅਲੇਖਾ। ਅਤੇ ਸਤ ਸਰੂਪ ਹਨ ਤੇ ਅਲੇਖ ਰੂਪ, ਜਿਸ ਸਰੂਪ ਦਾ ਵਰਣਨ ਨਾ ਕੀਤਾ ਜਾ ਸਕੇ, ਐਸਾ ਸਰੂਪ ਹੈ ਕਰਤੇ ਜੀ ਦਾ। ਨਿਤ ਅਭੁਤ ਅਛੂਤ ਅਪੇਖਾ। ਅਤੇ ਅਛੂਤ ਹਨ, ਕਿਉਂਕਿ ਛੂਤ ਛਾਤ ਦੇ ਵਿੱਚ ਨਹੀਂ ਹਨ। ਤੇ ਇਸੇ ਪ੍ਰਕਾਰ ਉਹਨਾਂ ਦਾ ਕੋਈ ਵਿਸ਼ੇਸ਼ ਭੇਖ ਵੀ ਕੋਈ ਨਹੀਂ ਹੈ। ਆ ਜਿਵੇਂ ਅਸਾਂ ਨੇ ਭੇਖ ਬਣਾਏ ਹੋਏ ਹੈ, ਕੋਈ ਹਰਿਆ ਪਾਉਂਦਾ ਹੈ ਤੇ ਮੁਸਲਮਾਨ ਫਕੀਰ ਸਮਝਿਆ ਜਾਂਦਾ ਹੈ, ਕੋਈ ਚਿੱਟਾ ਪਹਿਨਦਾ ਹੈ ਤੇ ਕਿਸੇ ਸੰਪਰਦਾ ਵਿਸ਼ੇਸ਼ ਦਾ ਚਿੱਤਰ ਮੰਨਿਆ ਜਾਂਦਾ ਹੈ ਵੀ ਵਿਸ਼ੇਸ਼ ਸੰਪਰਦਾ ਦੇ ਵਿੱਚੋਂ ਹੈ। ਕੋਈ ਨੀਲਾ ਪਹਿਨਦਾ ਹੈ, ਕੋਈ ਭਗਵਾ ਪਹਿਨਦਾ ਹੈ, ਕੋਈ ਕੁੜਤੀ ਪਾ ਕੇ ਕਾਰ ਸੇਵਾ ਵਾਲੇ ਮਹਾਂਪੁਰਖ ਕਹਾਉਂਦੇ। ਭਾਵ ਅਲੱਗ ਅਲੱਗ ਭੇਖ। ਭੇਖ ਜਿਹੜਾ ਹੈ ਇੱਕ ਜਾਣ ਪਹਿਚਾਣ ਹੈ ਸੰਗਤ ਜੀ। ਰੱਬ ਜਿਹੜਾ ਹੈ ਉਹ ਅਭੇਖ ਹੈ, ਉਹਦਾ ਕੋਈ ਵੀ ਭੇਖ ਨਹੀਂ ਹੈ। ਅਕਰਮ ਅਪਰਮ ਅਦਵੈਤ ਅਨਾਸਾ। ਉਹ ਭਰਮਾਂ ਤੋਂ ਰਹਿਤ ਹੈ, ਅਦਵੈਸ਼ ਈਰਖਾ ਤੋਂ ਰਹਿਤ ਹੈ, ਤੇ ਇਸੇ ਪ੍ਰਕਾਰ ਭਰਮਾਂ ਤੋਂ ਰਹਿਤ ਹੈ। ਕੋਈ ਉਹਦੇ ਹਿਰਦੇ ਵਿੱਚ ਭਰਮ ਨਹੀਂ, ਕਰਮਾਂ ਕਾਂਡਾਂ ਤੋਂ ਉੱਪਰ ਹੈ। ਅਭੈ ਅਨਾਦੇ ਸੁਤੇ ਪ੍ਰਕਾਸ਼ਾ। ਅਤੇ ਸੁਤੇ ਪ੍ਰਕਾਸ਼ ਹੈ, ਕਹਿੰਦੇ ਉਹਦਾ ਕੋਈ ਮਾਂ ਬਾਪ ਨਹੀਂ ਹੈ। ਉਹਨੇ ਉਸ ਕਰਤੇ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ ਹੋਇਆ। ਤਾਤ ਮਾਤ ਨਹੀਂ ਜਾਤ ਜਾਕਰ, ਨਾ ਤਾਤ ਹੈ ਪਿਤਾ ਹੈ, ਨਾ ਮਾਤ ਮਾਂ ਹੈ, ਨਾ ਕੋ ਉਸ ਦੀ ਜਾਤ ਹੈ ਇਤਾਦਿਕ। ਰੇਖ ਨਾ ਰੰਗ ਨਾ ਮੋਹ ਨਾ ਮਾਇਆ। ਨਾ ਮਾਇਆ ਦਾ ਮੋਹ ਹੈ, ਨਾ ਕੋਈ ਉਸ ਦਾ ਰੂਪ ਚਿੰਨ ਆਕਾਰ ਆਦਿਕ ਹੈ। ਅਜੈ ਅਜਨਮਾ ਅਜਰ ਅਜਾਇਆ। ਅਜਰ ਹੈ, ਉਸ ਨੂੰ ਕੋਈ ਜਰਾ ਨਹੀਂ ਸਤਾਉਂਦੀ, ਬੁਢਾਪਾ ਨਹੀਂ ਦੁੱਖ ਦਿੰਦਾ, ਬਿਮਾਰੀ ਕੋਈ ਨਹੀਂ ਆਉਂਦੀ ਹੈ, ਉਹਨੂੰ ਕੋਈ ਜਿੱਤ ਨਹੀਂ ਸਕਦਾ। ਅਜੈ ਹੈ ਸਦਾ ਵਾਸਤੇ। ਸਭ ਤੈ ਦੂਰ ਸਭਨ ਅਤ ਪਾਸਾ। ਸਾਰਿਆਂ ਤੋਂ ਦੂਰ ਵੀ ਹੈ ਤੇ ਸਾਰਿਆਂ ਦੇ ਕੋਲ ਵੀ ਹੈ। ਜਿਹੜੇ ਜਾਣਦੇ ਹੈ ਉਹ ਤਾਂ ਕਹਿੰਦੇ ਸਭਨੀ ਘਟੀ ਸ਼ੌ ਵਸੇ ਸ਼ੌਬਨ ਘਟ ਨਾ ਕੋਈ। ਸਾਰਿਆਂ ਹਿਰਦਿਆਂ ਵਿੱਚ ਹੈ, ਹਿਰਦਿਆਂ ਦੇ ਵਿੱਚ ਰਹਿੰਦਾ ਹੋਇਆ ਵੀ ਉਹ ਨਿਰਲੇਪ ਹੈ। ਸਦਾ ਅਲੇਪ ਸਰਬ ਮਹਿ ਬਾਸਾ। ਵਾਸਾ ਵੀ ਸਾਰਿਆਂ ਦੇ ਵਿੱਚ ਹੈ, ਰਹਿੰਦਾ ਵੀ ਸਾਰਿਆਂ ਦੇ ਨਾਲ ਹੈ, ਤੇ ਸਭ ਦੇ ਨਾਲ ਰਹਿੰਦਾ ਹੋਇਆ ਵੀ ਅਲੇਪ ਰਹਿੰਦਾ ਹੈ। ਨੇਤ ਨੇਤ ਨਿਤ ਅਪਰ ਅਪਾਰਾ। ਬੇਅੰਤ ਤੋਂ ਬੇਅੰਤ ਹੈ। ਨੇਤ ਨੇਤ ਨਿਤਾ ਪ੍ਰਤੀ ਉਸ ਨੂੰ ਬੇਅੰਤ ਬੇਅੰਤ ਉਸ ਦੇ ਪਿਆਰੇ ਕਰਕੇ ਉਚਾਰਨ ਕਰਦੇ ਹਨ। ਸਹੰਸਰ ਨਾਮ ਅਸ ਬਦਨ ਉਚਾਰਾ। ਤੇ ਇਸ ਤਰ੍ਹਾਂ 1000 ਮੂੰਹ ਵਾਲਾ ਸ਼ੇਸ਼ਨਾਗ ਜਿਹੜਾ ਹੈ ਉਹ ਵੀ ਉਸ ਪਰਮੇਸ਼ਵਰ ਨੂੰ ਦੋਏ ਸਹੰਸ ਰਸਨਾ ਤੇ ਸੁਹਾਜ 2000 ਰਸਨਾ ਉਹਦੇ ਮੂੰਹ ਵਿੱਚ, ਤੇ ਉਹ ਵੀ ਪਰਮੇਸ਼ਵਰ ਦੀ ਉਸਤਤੀ ਕਰ ਰਿਹਾ ਹੈ। ਇਸ ਤਰ੍ਹਾਂ ਬ੍ਰਹਮਾ ਜੀ ਨੇ ਵੀ ਉਸ ਨਿਰੰਕਾਰ ਦੀ ਉਸਤਤੀ ਕੀਤੀ। ਤੇਹ ਛੈਨ ਨਵ ਬਾਨੇ ਪੁਨ ਹੋਏ। ਜਦ ਇਸ ਤਰ੍ਹਾਂ ਰੱਜ ਕੇ ਵਡਿਆਈ ਕੀਤੀ ਪਰਮੇਸ਼ਵਰ ਦੀ, ਤੇ ਆਕਾਸ਼ ਦੇ ਵਿੱਚੋਂ ਆਵਾਜ਼ਾਂ ਆਇਆ ਬ੍ਰਹਮਾ ਜੀ ਦੇ ਪ੍ਰਤੀ। ਮੇਘ ਗਰਜ ਮਧੁਰੇ ਜਿਉ ਸੋਏ। ਤੇ ਉਹ ਆਵਾਜ਼ ਬੜੀ ਮਿੱਠੀ ਸੀਗੀ, ਮਧੁਰ ਸੀਗੀ, ਡਰਾਉਣੀ ਆਵਾਜ਼ ਨਹੀਂ ਸੀਗੀ ਉਹ ਜਿਹੜੀ ਆਕਾਸ਼ ਵਿੱਚੋਂ ਪ੍ਰਗਟ ਹੋਈ। ਦੋਹਰਾ ਤਪ ਕਰ ਤਪ ਕਰ ਤਪ ਕਰਹੁ ਕਹਿਓ ਬਾਰ ਇਉ ਤੇਨ। ਇਸ ਤਰ੍ਹਾਂ ਸਾਧ ਸੰਗਤ ਜੀ 3 ਵਾਰ ਇਹ ਬਾਚਨ ਹੋਇਆ ਆਕਾਸ਼ ਵਿੱਚੋਂ ਬਰਮਾ ਜੀ ਨੂੰ। ਬਰਮਾ ਤੂੰ ਹਉਮੈ ਕਰ ਲਈ, ਅਸਾਂ ਤੈਨੂੰ ਸ਼ਕਤੀ ਦਿੱਤੀ, ਤੇ ਹਉਮੈ ਕਰਨ ਕਰਕੇ ਤੇਰੀ ਸ਼ਕਤੀ ਖਤਮ ਹੋ ਗਈ। ਉਹੀ ਸ਼ਕਤੀ ਪ੍ਰਾਪਤ ਕਰਨੀ ਚਾਹੁੰਦਾ ਹੈ, ਤਪ ਕਰ ਤਪ ਕਰ ਤਪ ਕਰ। ਇਹ 3 ਵਾਰ ਆਕਾਸ਼ ਵਿੱਚੋਂ ਆਵਾਜ਼ਾਂ ਆਇਆ, ਸਿਮਰਨ ਕਰ, ਭਜਨ ਕਰ, ਬੰਦਗੀ ਕਰ, ਤਾਂ ਤੇਰੇ ਵਿੱਚ ਸ਼ਕਤੀ ਆਵੇਗੀ। ਇਹ ਆਵਾਜ਼ ਆਈ ਆਕਾਸ਼ ਵਿੱਚੋਂ। ਜਗ ਰਚਨੇ ਕੇ ਸ਼ਕਤ ਹਵੈ ਰਚ ਬਹੁਰ ਪ੍ਰਬੇਨ। ਇਹ ਜਿਹੜਾ ਨਾ ਤੂੰ ਤਪ ਕਰੇਂਗਾ ਰੱਜ ਕੇ, ਜਦ ਸਾਡੀ ਪ੍ਰਸੰਨਤਾ ਹੋਵੇਗੀ
ਤਾਂ ਤੇਰੇ ਵਿੱਚ ਫਿਰ ਸ਼ਕਤੀ ਆਊਗੀ ਸੰਸਾਰ ਦੀ ਰਚਨਾ ਕਰਨ ਦੀ। ਛਾਉ ਪਏ ਬੈਠ ਕਿਓ ਤਾਪ ਤਬ ਚਿਰ ਕਾਲਾ। ਇਸ ਤਰ੍ਹਾਂ ਸੰਗਤ ਜੀ ਉਹ ਕਬਲ ਫੁੱਲ ਦੇ ਵਿੱਚ ਬੈਠ ਕੇ ਜਦ ਆਕਾਸ਼ਬਾਣੀ ਹੋਈ ਤਾਂ ਫਿਰ ਸਿਮਰਨ ਭਜਨ ਕਰਨ ਲੱਗੇ ਨੇ। ਬ੍ਰਹਮਾ ਜੀ ਹੰਕਾਰ ਨੂੰ ਤਿਆਗ ਦਿੱਤਾ। ਪਾਏ ਸ਼ਾਗਤ ਜਗ ਰਚੋ ਵਿਸਾਲਾ। ਫਿਰ ਬੇਅੰਤ ਸਮਾਂ ਪਰਮੇਸ਼ਵਰ ਦੀ ਉਸਤਤੀ ਦੇ ਵਿੱਚ ਬਤੀਤ ਕੀਤਾ। ਨਿਰੰਕਾਰ ਦੀਆਂ ਖੁਸ਼ੀਆਂ ਹੋਈਆਂ ਤੇ ਇਹ ਸੰਸਾਰ ਦੀ ਰਚਨਾ ਕਰਨ ਦੀ ਤਾਕਤ ਜਿਹੜੀ ਹੈ ਬ੍ਰਹਮਾ ਜੀ ਨੂੰ ਸੌਂਪੀ ਕਰਤੇ ਪੁਰਖ ਵਾਹਿਗੁਰੂ ਨੇ। ਸ਼ੇਰੇ ਗੁਰ ਕਹੈ ਸੁਨੋ ਹਰ ਸੰਤ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਹੜੇ ਸਾਧੂ ਮੰਡਲੀ ਦੇ ਵਿੱਚ ਬੈਠੇ ਹੋਏ ਐ, ਜਿਨ੍ਹਾਂ ਦੇ ਪ੍ਰਸ਼ਨ ਕਰਨ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਸੀ, ਉਹਨਾਂ ਨੂੰ ਕਹਿਣ ਲੱਗੇ, ਹੇ ਰੱਬ ਦੇ ਪਿਆਰਿਓ ਸੁਣੋ ਸਾਧੂਓ ਸਾਡੇ ਬਚਨ ਨੂੰ। ਇਸ ਬਿਦ ਕੇ ਸ਼੍ਰੀ ਕਮਲਾ ਕੰਤ। ਇਸ ਤਰ੍ਹਾਂ ਦੇ ਉਹ ਕਮਲਾ ਦੇ ਕੰਤ, ਕਮਲਾ ਦੇ ਪਤੀ, ਮਾਇਆ ਦੇ ਪਤੀ ਨਿਰੰਕਾਰ ਜੀ ਹਨ। ਦੋਹਰਾ ਜੇ ਕੋ ਅੰਤ ਨਾ ਜਾਣਿਓ ਰਹਿਓ ਵਿਧਾਤਾ ਦੇਖ। ਸੋ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ ਉਸ ਨਿਰੰਕਾਰ ਵੱਲੇ ਵੇਖ ਰਹੇ ਨੇ ਬ੍ਰਹਮਾ ਜੀ। ਹਮ ਕਲ ਯੁਗ ਕੇ ਮਨੋਜ ਕਿਆ ਲਖ ਸਕੇ ਜੋ ਅਲੇਖ। ਇਹ ਬੇਅੰਤ ਤੋਂ ਬੇਅੰਤ ਹੈ ਕਰਤਾ, ਜਿਹਦੇ ਵੱਲ ਵੇਖ ਰਹੇ ਨੇ ਬ੍ਰਹਮਾ ਜੀ, ਉਹਦੀ ਉਸਤਤੀ ਕਰ ਰਹੇ, ਵਡਿਆਈ ਕਰ ਰਹੇ ਹੈ। ਤੇ ਬ੍ਰਹਮਾ ਜੀ ਦੀ ਉਮਰ ਗਿਣਤੀ ਕੀਤੀ ਨਹੀਂ ਜਾ ਸਕਦੀ, ਬੇਅੰਤ ਤੋਂ ਬੇਅੰਤ। ਤੇ ਉਹ ਵੀ ਦਿਨ ਰਾਤ ਪਰਮੇਸ਼ਵਰ ਦੇ ਜਾਪ ਦੇ ਵਿੱਚ ਲੱਗੇ ਹੋਏ ਆ। ਜਿਸ ਕਰਤੇ ਦੋ ਬੇਅੰਤ ਨੂੰ ਬੇਅੰਤ ਕਹਿੰਦਿਆਂ ਕਹਿੰਦਿਆਂ ਅੰਤ ਨਹੀਂ ਪਾ ਸਕੇ ਬ੍ਰਹਮਾ ਜੀ, ਅਸੀਂ ਕਲਯੁਗ ਦੇ ਜੀਵ ਬਹੁਤ ਛੋਟੀਆਂ ਉਮਰਾਂ ਵਾਲੇ, ਸਾਡੇ ਕੋਲ ਸਮਾਂ ਵੀ ਸੀਮਤ ਹੈ, ਅਸੀਂ ਉਸ ਵਾਹਿਗੁਰੂ ਦਾ ਅੰਤ ਕੀ ਪਾਵਾਂਗੇ। ਸਾਡੇ ਲੱਖਾਂ ਸਾਲ ਦਾ ਤਾਂ ਇੱਕ ਦਿਨ ਰਾਤ ਬਣਦਾ ਬ੍ਰਹਮਾ ਜੀ ਦਾ। ਤੇ ਇੰਨੀ ਉਮਰ ਪਾਉਣ ਤੋਂ ਬਾਅਦ ਉਹ ਦਿਨ ਰਾਤ ਸਿਮਰਨ ਭਜਨ ਵਿੱਚ ਲੱਗੇ ਰਹਿੰਦੇ ਨੇ। ਬੇਅੰਤ ਨੂੰ ਬੇਅੰਤ ਬੇਅੰਤ ਕਹੀ ਜਾਂਦੇ ਐ ਤੇ ਉਹ ਨਹੀਂ ਅੰਤ ਪਾ ਸਕੇ। ਅਸੀਂ ਇੱਕ ਜੀਵ ਕੀ ਉਸ ਨਿਰੰਕਾਰ ਦਾ ਅੰਤ ਪਾ ਸਕਦੇ ਹਾਂ। ਚਾਉ ਪਏ ਤਿਹ ਕੇ ਸੰਗ ਲਗੇ ਮਾਮ ਪ੍ਰੀਤੇ। ਤੇ ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਉਹ ਜੋ ਕਰਤਾ ਹੈ ਨਾ ਚੱਕਰ ਚੈਨ ਆਕਾਰ ਤੋਂ ਰਹਿਤ, ਸਾਡਾ ਪਿਆਰ ਭਾਈ ਉਹਦੇ ਨਾਲ ਪਿਆ ਹੋਇਆ ਹੈ। ਸਾਡਾ ਸੱਚਾ ਯਾਰ ਵਾਹਿਗੁਰੂ ਨਿਰੰਕਾਰ ਹੈ। ਔਰ ਮਹਿ ਬਸਿਓ ਨਿਰੰਤਰ ਨੀਤੇ। ਤੇ ਨਿਤਾ ਪ੍ਰਤੀ ਸਾਡੇ ਹਿਰਦੇ ਦੇ ਵਿੱਚ ਉਹ ਵਸ ਰਿਹਾ ਹੈ ਕਰਤਾ। ਕਰੈ ਸੇਵ ਜਿਹ ਸ਼ਿਵ ਸਨਕਾਦਿਕ। ਉਹ ਸਨਕਾਦਿਕ ਤੋਂ ਲੈ ਕੇ ਬ੍ਰਹਮਾ ਦੇ ਚਾਰੇ ਪੁੱਤਰ ਆਦਿਕ ਜਿਸ ਕਰਤੇ ਦੀ ਸੇਵਾ ਦੇ ਵਿੱਚ ਦਿਨੇ ਰਾਤ ਲੱਗੇ ਰਹਿੰਦੇ ਹਨ। ਨੇਤ ਨੇਤ ਨਿਤ ਕਹਿ ਬ੍ਰਹਮਾਦਿਕ। ਤੇ ਬ੍ਰਹਮਾ ਆਦਿਕ ਤੋਂ ਲੈ ਕੇ ਜਿਤਨੇ ਵੀ ਦੇਵਤੇ ਹੈ, ਸ਼ਿਵ ਜੀ ਹਨ, ਵਿਸ਼ਨੂੰ ਜੀ ਹਨ ਆਦਿਕ, ਸਾਰੇ ਨਿਤਾ ਪ੍ਰਤੀ ਉਹਦਾ ਨਿਤ ਨਵੇਂ ਤੋਂ ਨਵਾਂ ਨਾਂ ਲੈ ਕੇ ਉਹਦੀ ਵਡਿਆਈ ਕਰ ਰਹੇ ਹੈ। ਪ੍ਰਾਣ ਆਧਾਰ ਸੋ ਕੀਆ ਮਨ ਮਾਹੇ। ਜਿਤਨੇ ਵੀ ਜੀਵ ਹਨ ਸਾਰਿਆਂ ਦੇ ਪ੍ਰਾਣਾਂ ਦਾ ਆਧਾਰ ਆਸਰਾ ਵਾਹਿਗੁਰੂ ਹੈ। ਤੇ ਜਿਹੜੇ ਗੁਰਮੁਖ ਇਸ ਗੱਲ ਨੂੰ ਜਾਣਦੇ ਆ, ਉਹ ਆਪਣੇ ਪ੍ਰਾਣਾਂ ਦਾ ਆਸਰਾ ਜੀਵ ਨੂੰ ਨਹੀਂ ਤੱਕਦੇ, ਉਹ ਕਰਤੇ ਨੂੰ ਸਮਝਦੇ ਵੀ ਉਹ ਕਰਤਾ ਨਿਰੰਕਾਰ ਵਾਹਿਗੁਰੂ ਸਾਡੇ ਪ੍ਰਾਣਾਂ ਦਾ ਆਧਾਰ ਆਸਰਾ ਹੈ। ਅਸ਼ਟ ਪਹਿਰ ਮੈਂ ਬਿਸਰਤ ਨਾਹੇ। ਤੇ ਉਹ ਵਾਹਿਗੁਰੂ ਸਾਡੇ ਹਿਰਦੇ ਵਿੱਚੋਂ ਅੱਠੇ ਪੈਰ ਕਦੀ ਸਾਨੂੰ ਭੁੱਲਦਾ ਨਹੀਂ। ਦਿਨੇ ਰਾਤ ਸਵਾਸਾਂ ਦੇ ਨਾਲ ਅਸੀਂ ਉਸ ਨੂੰ ਯਾਦ ਕਰਦੇ ਰਹਿੰਦੇ ਹਾਂ। ਸੋਨਤ ਸ਼ਾਂਤ ਚੇਤ ਬਹੁ ਹਰ ਖਾਨੇ। ਇਹ ਬਚਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਉਹਨਾਂ ਸਾਧੂਆਂ ਨੇ ਸੁਣੇ ਤੇ ਬੜੇ ਪ੍ਰਸੰਨ ਹੋਏ। ਧਨ ਧਨ ਪੁਨ ਧਨ ਬਖਾਨੇ। ਵਾਰ-ਵਾਰ ਕਹਿਣ ਲੱਗੇ, ਹੇ ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਧੰਨ ਹੋ, ਧੰਨ ਹੋ, ਧੰਨ ਹੋ। ਸੰਗਤ ਜੀ, ਜਿਨ੍ਹਾਂ ਨੇ ਸਾਧੂਆਂ ਦੇ ਬਚਨ ਨੂੰ ਸਤ ਕਰਕੇ ਮੰਨਿਆ, ਮਾਤਾ ਪਿਤਾ ਨੂੰ ਦੁੱਖ ਨਹੀਂ ਦਿੱਤਾ, ਬਜ਼ੁਰਗਾਂ ਦੀ ਸੇਵਾ ਕੀਤੀ, ਦੁਨੀਆ ਵਿੱਚ ਕਦੀ ਉਹਨਾਂ ਨੂੰ ਦੁੱਖ ਆ ਹੀ ਨਹੀਂ ਸਕਦਾ। ਜਿਹੜੇ ਸਾਧੂਆਂ ਦਾ ਬਚਨ ਨਹੀਂ ਮੰਨਦੇ, ਮਾਤਾ ਪਿਤਾ ਨੂੰ ਸਤਾਉਂਦੇ, ਉਹ ਕਦੀ ਸੌਖੇ ਹੋ ਹੀ ਨਹੀਂ ਸਕਦੇ ਦੁਨੀਆ ਦੇ ਵਿੱਚ। ਇਹ ਜਗਤ ਦੀ ਰੀਤੀ ਹੈ, ਮਰਜ਼ਾਦਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸਮਝਾਇਆ ਸਾਧੂਆਂ ਨੂੰ। ਕਹਿਣ ਲੱਗੇ, ਮਹਾਰਾਜ ਆਪ ਧੰਨ ਹੋ, ਬੜੀ ਕਿਰਪਾ ਕੀਤੀ ਹੈ, ਸਾਨੂੰ ਉਸ ਕਰਤੇ ਦੇ ਬਾਰੇ ਜਾਣਕਾਰੀ ਦਿੱਤੀ ਹੈ। ਅੱਜ ਦਾ ਜੀਵ ਤੇ ਕਹਿੰਦੇ ਗਿਆਨ ਦੇ ਗਲ ਰੱਸਾ ਖਿੱਚ ਕੇ ਜਿੱਧਰ ਨੂੰ ਮਰਜ਼ੀ ਲੈ ਜਾਵੋ। ਉਹ ਜੀ ਦਾ ਚਿੰਨ ਆਕਾਰ ਹੀ ਕੋਈ ਨਹੀਂ, ਰੂਪ ਹੀ ਕੋਈ ਨਹੀਂ, ਉਹ ਹੋਇਆ ਕੀ, ਉਹਦਾ ਵਜੂਦ ਹੀ ਕੀ ਹੈ ਕਿ ਇਹੋ ਜਿਹੀਆਂ ਵੀ ਗੱਲਾਂ ਕਰਨ ਲੱਗ ਪੈਂਦੇ ਆ।
ਵੀ ਜਿਹਦਾ ਚਿੰਨ੍ਹ ਆਕਾਰ ਹੀ ਕੋਈ ਨਹੀਂ, ਉਹ ਕੀ ਚੀਜ਼ ਹੋ ਸਕਦੀ। ਸੰਗਤ ਜੀ, ਬਹੁਤ ਐਸੀਆਂ ਵਸਤੂਆਂ ਵਾਂ ਜਿਨ੍ਹਾਂ ਦਾ ਚਿੰਨ੍ਹ ਆਕਾਰ ਕੋਈ ਹੈ ਹੀ ਨਹੀਂ, ਪਰ ਉਹਨਾਂ ਦਾ ਵਜੂਦ ਹੈ। ਨੌਵੇਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਪੁੱਛ ਲੈਨੇ, ਮਹਾਰਾਜ ਤਾਂ ਕਬੁੱਧੇ ਐ, ਸਾਨੂੰ ਅਕਲ ਹੀ ਕੋਈ ਨਹੀਂ, ਤੁਸੀਂ ਕਿਰਪਾ ਕਰਕੇ ਦੱਸੋ ਵੀ ਪਰਮੇਸ਼ਵਰ ਦਾ ਚਿੰਨ੍ਹ ਆਕਾਰ ਕੋਈ ਨਹੀਂ। ਲੋਕ ਕਹਿੰਦੇ ਜਿਹਦਾ ਚਿੰਨ੍ਹ ਆਕਾਰ ਕੋਈ ਨਹੀਂ ਹੈ, ਨਾਸਤਿਕ ਲੋਕ, ਉਹ ਕਹਿੰਦੇ ਆ ਵੀ ਉਹ ਵਸਤੂ ਹੀ ਕੀ ਹੋ ਸਕਦੀ। ਤੁਸੀਂ ਕਿਰਪਾ ਕਰਕੇ ਦੱਸੋ ਵੀ ਰੱਬ ਜਿਹੜਾ ਵਾਕਿਆ ਇਹੋ ਜਿਹਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਹਾਂ ਭਾਈ ਪਿਆਰਿਓ, ਉਹਦਾ ਵਜੂਦ ਹੈ, ਉਹਦੇ ਇੱਕ ਨਹੀਂ ਅਨੇਕਾਂ ਨਾਮ ਹਨ, ਪਰ ਉਹਦਾ ਚਿੰਨ੍ਹ ਆਕਾਰ ਕੋਈ ਨਹੀਂ ਹੈ। ਗਰੀਬ ਨਵਾਜ ਕਹਿੰਦੇ, ਪੋਹਪ ਮੱਧ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ। ਗੁਰਮੁਖੋ, ਜਿਸ ਤਰ੍ਹਾਂ ਪੋਹਪ ਕਹੀਏ ਫੁੱਲ ਨੂੰ, ਫੁੱਲ ਦੇ ਵਿੱਚ ਵਾਸਨਾ ਵਸਦੀ ਹੈ। ਕਦੀ ਕਿਸੇ ਨੇ ਵਾਸਨਾ ਵੇਖੀ ਹੈ ਫੁੱਲ ਦੀ? ਨਹੀਂ ਕੋਈ ਦੇਖ ਸਕਦਾ। ਉਹਦਾ ਵਜੂਦ ਆਕਾਰ ਹੈ, ਪਰ ਆਪਾਂ ਵੇਖ ਨਹੀਂ ਸਕਦੇ। ਉਹਦੇ ਆਕਾਰ ਨੂੰ ਵੇਖਣ ਵਾਲਾ ਸਾਡੇ ਪਾਸ ਜੰਤਰ ਕੋਈ ਨਹੀਂ ਹੈ। ਪਰ ਨੱਕ ਜਿਹੜਾ ਉਹ ਪਰਮੇਸ਼ਵਰ ਨੇ ਸਾਨੂੰ ਦਿੱਤਾ ਹੋਇਆ ਹੈ, ਦੁਰਗੰਧੀ ਸੁਗੰਧੀ ਆਦਿਕ ਸਾਰੇ ਦਾ ਗਿਆਨ ਜਿਹੜਾ ਹੈ, ਉਹ ਇੰਦਰੀਆਂ ਖਿੱਚ ਕੇ ਤੇ ਦਿਮਾਗ ਨੂੰ ਪਹੁੰਚਾਉਂਦੇ ਹੈ। ਇਤਿਆਦਿਕ ਸੁਗੰਧੀ ਆਉਂਦੀ ਹੈ ਫੁੱਲ ਵਿੱਚੋਂ, ਗੰਦੀਆਂ ਵਸਤੂਆਂ ਵਿੱਚੋਂ ਦੁਰਗੰਧੀ ਆਉਂਦੀ ਹੈ, ਤੇ ਨੱਕ ਰਾਹੀਂ ਉਹ ਸਾਨੂੰ ਪਤਾ ਲੱਗਦਾ ਹੈ ਵੀ ਇਹ ਦੁਰਗੰਧੀ ਹੈ, ਇਹ ਸੁਗੰਧੀ ਹੈ। ਕਰਤਾ ਪੁਰਖ ਇਹ ਜਿਹਾ ਹੈ। ਜਿਸ ਤਰ੍ਹਾਂ ਦਾ ਸੰਗਤ ਜੀ ਗੁਰੂ ਨਾਨਕ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਫੁੱਲ ਦੇ ਵਿੱਚ ਵਾਸ਼ਨਾ, ਇਸੇ ਪ੍ਰਕਾਰ ਮੁਕਰ ਮਾਹੇ ਜੈਸੇ ਛਾਈ। ਮੁਕਰ ਨਾਮ ਹੈ ਸ਼ੀਸ਼ੇ ਦਾ। ਨਿਹੰਗ ਸਿੰਘ ਚੁਗਲ ਵੀ ਕਹਿ ਦਿੰਦੇ ਸ਼ੀਸ਼ੇ ਨੂੰ ਵੀ ਚੁਗਲੀ ਮਾਰਦਾ ਹੈਗਾ। ਤੇ ਕਹਿੰਦੇ ਜਿਵੇਂ ਸ਼ੀਸ਼ੇ ਦੇ ਵਿੱਚ ਆਪਾਂ ਆਪਣਾ ਮੂੰਹ ਦੇਖਦੇ ਹਾਂ, ਉਹਦਾ ਪ੍ਰਤੀਬਿੰਬ ਸਾਡਾ ਸ਼ੀਸ਼ੇ ਵਿੱਚ ਦੀ ਦਿਸਦਾ ਹੈ, ਵਜੂਦ ਨਹੀਂ ਹੁੰਦਾ। ਸਾਡਾ ਪ੍ਰਤੀਬਿੰਬ ਸਾਹਮਣੇ ਸ਼ੀਸ਼ੇ ਵਿੱਚ ਪ੍ਰਗਟ ਹੋ ਜਾਂਦਾ ਹੈ। ਇਸ ਤਰ੍ਹਾਂ ਕਰਤਾ ਜਿਹੜਾ ਹੈ, ਜਿਹੇ ਜਿਹਾ ਉਸ ਨੂੰ ਧਾਰਨਾ ਕਰਕੇ ਯਾਦ ਕਰੀਏ, ਉਹੋ ਜਿਹੇ ਸਰੂਪ ਦੇ ਵਿੱਚ ਉਹ ਦਰਸ਼ਨ ਦਿੰਦਾ ਹੈ। ਸਾਡੇ ਸਰੀਰ ਦੇ ਵਿੱਚ ਹੀ ਇਹੋ ਜਿਹੀਆਂ ਚੀਜ਼ਾਂ ਜਿਨ੍ਹਾਂ ਦਾ ਨਾਮ ਹੈ, ਪਰ ਉਹਨਾਂ ਦਾ ਵਜੂਦ ਕੋਈ ਨਹੀਂ। ਭੁੱਖ ਲੱਗਦੀ ਆਪਾਂ ਨੂੰ, ਤੇ ਸਾਧ ਸੰਗਤ ਜੀ ਭੁੱਖ ਕਦੀ ਕਿਸੇ ਨੇ ਵੇਖੀ ਹੈ? ਭੁੱਖ ਵੀ ਸਾਰਿਆਂ ਨੂੰ ਲੱਗਦੀ, ਕਿਸੇ ਨੂੰ ਘੱਟ ਕਿਸੇ ਨੂੰ ਵੱਧ। ਪਿਆਸ ਲੱਗਦੀ ਹੈ, ਨੀਂਦ ਆਉਂਦੀ ਹੈ, ਨਾਮ ਹੈ, ਵਜੂਦ ਕੋਈ ਨਹੀਂ। ਨੀਂਦ ਵੀ ਸਾਰਿਆਂ ਨੂੰ ਆਉਂਦੀ, ਨੀਂਦ ਦਾ ਰੂਪ ਕਿਹੋ ਜਿਹਾ ਕਿਸੇ ਨੂੰ ਕੋਈ ਪਤਾ ਨਹੀਂ ਹੈ, ਭੁੱਖ ਦਾ ਕਿਹੋ ਜਿਹਾ, ਪਿਆਸ ਦਾ। ਸੋ ਐਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ, ਉਹਨਾਂ ਸਾਧੂਆਂ ਨੂੰ ਉਤਾਰਿਆ ਬਹੁਤ ਸੋਹਣੇ ਸੁੰਦਰ ਢੰਗ ਦੇ ਨਾਲ। ਮੁਕਤ ਦਾਨ ਦਾ ਬਚਨ ਤੁਮਾਰੇ। ਤੇ ਸੱਚੇ ਪਾਤਸ਼ਾਹ ਮਹਾਰਾਜ ਤੁਹਾਡੇ ਬਚਨ ਜਿਹੜੇ ਹਨ ਨਾ, ਇਹ ਮੁਕਤੀ ਦੀ ਦਾਤ ਦੇਣ ਵਾਲੇ ਹਨ। ਇੱਕ ਸੰਸਾ ਔਰ ਹਮਾਰੇ। ਇਹ ਸਾਧੂਆਂ ਨੇ ਫਿਰ ਬੇਨਤੀ ਕੀਤੀ, ਮਹਾਰਾਜ ਸਾਡੇ ਮਨ ਵਿੱਚ ਇੱਕ ਸਹਿੰਸਾ ਹੈ। ਕੌਣ ਵਾਸਤ ਇਹ ਲੋਚਨ ਆਹੇ। ਇਹ ਸੱਚੇ ਪਾਤਸ਼ਾਹ ਮਹਾਰਾਜ, ਆ ਜਿਹੜੇ ਲੋਚਨ ਨੇਤਰ ਹਨ, ਅੱਖਾਂ ਹਨ, ਇਹਦੇ ਵਿੱਚ ਕੀ ਵਸਤੂ ਹੈ? ਦੇਖੈ ਕੌਣ ਰਹਿਤ ਇਨ ਮਾਹੇ। ਤੇ ਉਹ ਕਿਹੜੀ ਵਸਤੂ ਇਹਨਾਂ ਅੱਖਾਂ ਵਿੱਚ ਰਹਿੰਦੀ ਹੈ ਜਿਹੜੀ ਵੇਖਦੀ ਹੈ ਅੱਗੇ? ਕਿਸ ਪ੍ਰਕਾਰ ਜੋ ਸਰਬ ਪਸਾਰਾ। ਇਸ ਤਰ੍ਹਾਂ ਹੈ ਸੱਚੇ ਪਾਤਸ਼ਾਹ ਮਹਾਰਾਜ, ਜੋ ਇਸ ਕਰਤੇ ਦਾ ਸਾਰਾ ਸੰਸਾਰ ਤੇ ਪਸਾਰਾ ਹੋ ਰਿਹਾ ਹੈ। ਦੇਖ ਲੇਹ ਜੋ ਕਹੋ ਵਿਚਾਰਾ। ਤੇ ਮਹਾਰਾਜ ਉਹ ਕਿਸ ਤਰ੍ਹਾਂ ਵੇਖਿਆ ਜਾਵੇ ਇਹਨਾਂ ਨੇਤਰਾਂ ਦੇ ਨਾਲ? ਇਹ ਕਿਰਪਾ ਕਰਕੇ ਸਾਨੂੰ ਦੱਸੋ। ਤੁਮ ਸਮ ਗਿਆਤਾ ਮਿਲਹਿ ਨਾ ਆਨੇ। ਕਿਉਂਕਿ ਤੁਹਾਡੇ ਵਰਗਾ ਮਹਾਰਾਜ ਦੂਸਰਾ ਕੋਈ ਤਿੰਨਾਂ ਲੋਕਾਂ ਦੇ ਵਿੱਚ ਹੈ ਹੀ ਨਹੀਂ ਜਿਹੜਾ ਸਾਨੂੰ ਇਹ ਗਿਆਨ ਬਖਸ਼ਿਸ਼ ਕਰ ਸਕੇ। ਸੋਨ ਪਦ ਦੋਤੇ ਕਹਿਓ ਗੁਣ ਖਾਨੇ। ਤਾਂ ਫਿਰ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਉਹ ਜਿਹੜਾ ਪਹਿਲਾ ਸ਼ਬਦ ਉਚਾਰਿਆ ਸੀ, ਇੱਕ ਪਦ ਉਹਦਾ ਸੰਪੂਰਨ ਕੀਤਾ ਸੀਗਾ, ਉਸੇ ਸ਼ਬਦ ਦਾ ਦੂਸਰਾ ਪਦਾ ਉਚਾਰਨ ਕੀਤਾ। ਰਵ ਸਸ ਦੀਪਕ ਜਾਂ ਕੇ ਤਿਰ ਪਵਨ ਏਕਾ ਜੋਤ ਮੁਰਾਰ। ਉਹ ਜਿਹੜਾ ਮੁਰਾਰੀ ਹੈ, ਮੁਰਦੈਂਤ ਨੂੰ ਮਾਰਿਆ ਸੀ ਕ੍ਰਿਸ਼ਨ ਭਗਵਾਨ ਜੀ ਨੇ, ਤੇ ਇਸ ਕਰਕੇ ਉਹਨਾਂ ਨੂੰ ਮੁਰਾਰੀ ਕਹਿਣ ਲੱਗ ਪਏ। ਵਿਸ਼ਨੂੰ ਦਾ ਅਵਤਾਰ ਹੋਣ ਕਰਕੇ ਰੱਬ ਦਾ ਨਾਮ ਮੁਰਾਰੀ ਪਾਤਾ। ਤੇ ਕਹਿਣ ਲੱਗੇ ਜਿਵੇਂ ਮਨੁੱਖ ਦੀਆਂ ਦੋ ਅੱਖਾਂ ਹਨ, ਇਸੇ ਤਰ੍ਹਾਂ ਪਰਮੇਸ਼ਵਰ ਦੀਆਂ ਦੋ ਅੱਖਾਂ ਹਨ। ਇੱਕ ਸੂਰਜ ਹੈ ਤੇ ਇੱਕ ਚੰਦਰਮਾ ਹੈ। ਚੰਦਰਮਾ ਦੇ ਨਾਲ ਰਾਤ ਨੂੰ ਦੁਨੀਆ ਨੂੰ ਤੱਕਦਾ ਹੈ, ਸੂਰਜ ਦੇ ਨਾਲ ਦਿਨ ਨੂੰ ਤੱਕਦਾ ਰਹਿੰਦਾ ਹੈ। ਗੁਰਮੁਖ ਹੋਏ ਸੋ ਅਹਨਿਸ ਨਿਰਮਲ, ਮਨਮੁਖ ਰਹਿਣ ਅੰਧਾਰ। ਤੇ ਜਿਹੜੇ ਗੁਰਮੁਖ ਜਨ ਹਨ, ਉਹ ਤੇ ਦਿਨੇ ਰਾਤ ਨਿਰਮਲ ਰਹਿੰਦੇ ਆ। ਉਹਨਾਂ ਦੀ ਸੋਚ ਪਵਿੱਤਰ ਹੈ, ਉਹਨਾਂ ਦੀ ਬਾਣੀ ਪਵਿੱਤਰ ਹੈ, ਉਹਨਾਂ ਦੇ ਬਚਨ ਅੰਮ੍ਰਿਤ ਵਰਗੇ ਹਨ। ਪਰ ਜਿਹੜੇ ਮਨਮੁਖ ਹੈ, ਗੁਰਮੁਖ ਕੌਣ ਹੈ ਤੇ ਮਨਮੁਖ ਕੌਣ ਹੈ?
ਗੁਰਮੁਖ ਜਿਨ੍ਹਾਂ ਨੇ ਆਪਣੇ ਮੁਖ ਨੂੰ ਸਦਾ ਹੀ ਗੁਰੂ ਵੱਲ ਸਿੱਧਾ ਰੱਖਿਆ, ਗੁਰੂ ਤੋਂ ਕਦੀ ਵੀ ਮੁਖ ਆਪਣਾ ਫੇਰਿਆ ਨਹੀਂ ਹੈ, ਉਹ ਗੁਰਮੁਖ ਹਨ। ਵੈਸੇ ਤਿੰਨ ਤਰ੍ਹਾਂ ਦੇ ਗੁਰਮੁਖ ਮੰਨੇ ਜਾਂਦੇ ਹੈ। ਇੱਕ ਗੁਰਮੁਖ ਜਿਨ੍ਹਾਂ ਦੇ ਮੁਖ ਤੋਂ ਸਦਾ ਗੁਰੂ ਦੀ ਗੱਲ ਹੁੰਦੀ ਹੈ। ਇੱਕ ਗੁਰਮੁਖ ਜਿਹੜੇ ਸਦਾ ਹੀ ਗੁਰੂ ਵੱਲ ਮੂੰਹ ਸਿੱਧਾ ਰੱਖਦੇ ਹੈ। ਭਾਈ ਮਤੀ ਦਾਸ ਵਾਂਗੂ ਭਾਵੇਂ ਆਰੇ ਨਾਲ ਵੀ ਚੀਰੀ ਜਾਣ, ਉਹ ਕਹਿੰਦੇ ਸਾਨੂੰ ਆਰਾ ਪਿਆਰਾ ਲਗਤ ਹੈ, ਤੁਸੀਂ ਕਾਰਾ ਕਰੋ ਬਣਾਏ, ਸਾਡਾ ਸਿਰ ਜਾਂਦਾ ਤੇ ਜਾਏ ਪਰ ਸਿੱਖੀ ਸਿਦਕ ਨਾ ਜਾਏ। ਇਹ ਜੇ ਗੁਰਮੁਖ ਇੱਕ ਜਿਹੜੇ ਦਿਨੇ ਰਾਤ ਗੁਰੂ ਕੇ ਬਚਨਾਂ ਨੂੰ, ਗੁਰੂ ਕੀ ਬਾਣੀ ਨੂੰ ਮੁਖ ਦੁਆਰਾ ਉਚਾਰਨ ਕਰਦੇ ਰਹਿੰਦੇ, ਦੂਸਰੀ ਗੱਲ ਹੀ ਕੋਈ ਨਹੀਂ ਕਰਦੇ। ਇਸੇ ਪ੍ਰਕਾਰ ਇਹ ਤਿੰਨ ਤਰ੍ਹਾਂ ਦੇ ਗੁਰਮੁਖ ਮੰਨੇ ਜਾਂਦੇ ਹੈ। ਤੇ ਮਨਮੁਖ ਜਿਨ੍ਹਾਂ ਨੇ ਆਪਣੇ ਮਨ ਨੂੰ ਹੀ ਮੁਖੀ ਕੀਤਾ ਹੋਇਆ ਹੈ, ਜੋ ਮਨ ਕਹਿੰਦਾ ਹੈ ਉਹਦੇ ਕਹੇ ਤੇ ਲਾ ਕੇ ਕੰਮ ਕਰਦੇ ਆ। ਸਿਆਣਿਆਂ ਦਾ ਬਚਨ, ਮਾਤਾ ਪਿਤਾ ਦਾ ਬਚਨ, ਗੁਰਾਂ ਦਾ ਬਚਨ ਕੋਈ ਨਹੀਂ ਮੰਨਦੇ ਹਨ, ਉਹ ਮਨਮੁਖ ਹਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਥਨ ਕਰਦੇ, ਕਹਿੰਦੇ ਜਿਹੜੇ ਗੁਰਮੁਖ ਉਹ ਤੇ ਨਿਰਮਲ ਹਨ, ਤੇ ਜਿਹੜੇ ਮਨਮੁਖ ਹਨ, ਹਾਂਜੀ, ਮਨਮੁਖ ਰਹਿਣ ਅੰਧਾਰ। ਤੇ ਉਹਨਾਂ ਵਾਸਤੇ ਤੇ ਇਹ ਜੀਵਨ ਦੀ ਰਾਤ ਜਿਹੜੀ ਹੈ ਇਹ ਅੰਧਿਆਰੀ ਹੈ, ਕਾਲੀ ਬੋਲੀ ਰਾਤ ਹੈ। ਉਹਨਾਂ ਵਾਸਤੇ ਤੇ ਦਿਨ ਚੜ੍ਹਦਾ ਹੀ ਨਹੀਂ, ਕਿਉਂਕਿ ਨਾ ਗਿਆਨ ਦੀ ਪ੍ਰਾਪਤੀ ਹੋਵੇ, ਗਿਆਨ ਨਾਲ ਹੀ ਚਾਨਣ ਹੁੰਦਾ ਹੈਗਾ। ਗਿਆਨ ਉਹਨਾਂ ਦੇ ਪਾਸ ਹੈ ਨਹੀਂ, ਕਿਉਂਕਿ ਸਾਧ ਸੰਗਤ ਜੀ ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇਹ ਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਮਨਮੁਖ ਜਿਨ੍ਹਾਂ ਦੇ ਜੀਵਨ ਵਿੱਚ ਕਾਲੀਆਂ ਬੋਲੀਆਂ ਹੀ ਰਾਤਾਂ ਪਈਆਂ ਰਹਿੰਦੀਆਂ, ਗੁਰਾਂ ਦੇ ਪਾਸ ਆਉਂਦੇ ਨਹੀਂ ਹਨ, ਗੁਰਾਂ ਤੋਂ ਸ਼ੁਭ ਮੰਤਰ ਜਿਹੜਾ ਹੈ ਉਹ ਪ੍ਰਾਪਤ ਨਹੀਂ ਕਰਦੇ, ਉਹਨਾਂ ਵਾਸਤੇ ਜੀਵਨ ਦੀ ਰਾਤ ਸਦਾ ਹੀ ਅੰਧੇਰੀ ਰਹਿੰਦੀ ਹੈ। ਚਾਪਏ ਸੁਨਹੁ ਸੰਤ ਸ਼੍ਰੀ ਨਾਨਕ ਕਹੇ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਹੇ ਸਾਂਝੀ ਸੁਣੋ ਸਾਡੇ ਬਾਚਨ ਨੂੰ। ਚੰਦ ਸੂਰਜ ਮਹਿ ਜੋਤ ਜੋ ਅਹੇ। ਇਹ ਜਿਹੜਾ ਚੰਦਰਮਾ ਦੇ ਵਿੱਚ ਤੇ ਸੂਰਜ ਦੇ ਵਿੱਚ ਪ੍ਰਕਾਸ਼ ਹੋ ਰਿਹਾ ਹੈ, ਜਿਹ ਤੇ ਜਗ ਮਹਿ ਹੋਤ ਉਜਾਲਾ, ਜਿਹਦੇ ਨਾਲ ਸੰਸਾਰ ਦੇ ਵਿੱਚ ਚਾਨਣ ਹੁੰਦਾ ਹੈ। ਜੇ ਸੂਰਜ ਨਾ ਚੜ੍ਹੇ ਸਾਧ ਸੰਗਤ ਜੀ ਤਾਂ ਵੀ ਦੁਨੀਆ ਬਹਿਬਲ ਹੋ ਜਾਵੇ, ਤੇ ਜੇ ਸਦਾ ਸੂਰਜ ਹੀ ਚੜ੍ਹਿਆ ਰਹੇ ਤਾਂ ਧੁੱਪ ਦੇ ਨਾਲ ਹੀ ਸਾਰਾ ਸੰਸਾਰ ਦੁਖੀ ਹੋ ਜਾਵੇ। ਚੰਦਰਮਾ ਨਿਰਮਲ ਠੰਡੀ ਚਾਨਣੀ ਦਿੰਦਾ ਹੈਗਾ। ਔਰ ਇਸੇ ਤਰ੍ਹਾਂ ਵਿਦਾਂਤੀ ਲੋਕਾਂ ਨੇ ਵੀ ਮੰਨਿਆ ਹੈ ਕਿ ਚੰਦਰਮਾ ਦੀਆਂ ਜਿਹੜੀਆਂ ਕਿਰਨਾਂ ਨਿਕਲਦੀਆਂ ਹੈ ਇਹ ਬਨਸਪਤੀ 'ਤੇ ਪੈਂਦੀਆਂ, ਤੇ ਬਨਸਪਤੀ ਦੇ ਵਿੱਚ ਰਸ ਭਰਿਆ ਜਾਂਦਾ ਹੈ, ਤੇ ਉਹ ਬਨਸਪਤੀ ਦਾ ਰਸ ਮਨੁੱਖ ਖਾਂਦੇ ਹੈ। ਮਨੁੱਖਾਂ ਦੇ ਖਾਣ ਤੋਂ ਖੂਨ ਬਣਦਾ ਹੈ, ਤੇ ਅੱਗੇ ਸਰੀਰਕ ਤਾਕਤ ਜਿਹੜੀ ਹੈ, ਅੱਗੇ ਜੀਵਾਂ ਨੂੰ ਪੈਦਾ ਕਰਨ ਦੀ ਸ਼ਕਤੀ ਉਹ ਵੀ ਉਸੇ ਰਸ ਤੋਂ ਪੈਦਾ ਹੁੰਦੀ ਹੈ। ਸੋ ਇਸ ਤਰ੍ਹਾਂ ਇਹ ਦੋਵੇਂ ਸ਼ਕਤੀਆਂ ਪਰਮੇਸ਼ਵਰ ਦੀਆਂ ਹੈ। ਦਿਨ ਨੂੰ ਸੂਰਜ ਦੀ ਸ਼ਕਤੀ ਵਰਤਦੀ ਹੈ, ਰਾਤ ਨੂੰ ਚੰਦਰਮਾ ਦੀ ਠੰਡੀ ਕਿਰਨਾਂ ਜਿਹੜੀਆਂ ਹਨ ਉਹ ਜੀਵਾਂ ਦੀ ਉਤਪਤੀ ਵਿੱਚ ਸਹਾਇਕ ਹੁੰਦਾ ਹੈ। ਸੋ ਇਸ਼ਾਰ ਕੇ ਲਖ ਹੋ ਬਿਸਾਲਾ। ਇਹ ਸਾਰੀ ਤਾਕਤ ਜਿਹੜੀ ਹੈ ਉਸ ਕਰਤੇ ਪੁਰਖ ਵਾਹਿਗੁਰੂ ਦੀ ਸ਼ਕਤੀ ਹੈ। ਦਇ ਜੋਤ ਦੀਪਕ ਜਾਗ ਕੇ ਨੇ। ਇਹ ਦੋਵੇਂ ਦੀਵੇ ਜਿਹੜੇ ਨੇ ਕਰਤੇ ਪੁਰਖ ਵਾਹਿਗੁਰੂ ਨੇ ਸੰਸਾਰ ਨੂੰ ਚਾਨਣ ਕਰਨ ਵਾਸਤੇ, ਰਛਨਾਉਣ ਵਾਸਤੇ ਦਿੱਤੇ ਹੋਏ ਹੈ। ਤੇ ਬੇਦ ਜੋਤ ਸਰਬ ਘਾਟ ਛੇਨੇ। ਇਸੇ ਤਰ੍ਹਾਂ ਜਿਵੇਂ ਸੰਸਾਰ ਦਾ ਬਾਹਰਲਾ ਪ੍ਰਕਾਸ਼ ਚਾਹੀਦਾ, ਅੰਦਰਲਾ ਵੀ ਚਾਹੀਦਾ, ਤੇ ਹਿਰਦਿਆਂ ਦੇ ਵਿੱਚ ਜੋ ਪ੍ਰਕਾਸ਼ ਹੈ ਉਹ ਵੀ ਕਰਤੇ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕੀਤਾ ਹੋਇਆ ਜੀਵਾਂ ਨੂੰ ਸਾਰਿਆਂ ਦੇ ਹਿਰਦਿਆਂ ਵਿੱਚ ਬਹਿ ਕੇ। ਤਿਸ ਤੇ ਨੈਣਨ ਨਜ਼ਰੇ ਆਵੈ। ਇਸ ਤਰ੍ਹਾਂ ਨੈਣਾਂ ਦੇ ਨਾਲ ਉਹ ਨਜ਼ਰ ਆਉਂਦਾ ਹੈ, ਦੇਖਿਆ ਜਾ ਸਕਦਾ ਹੈ, ਜਿਨ੍ਹਾਂ ਦੇ ਸਾਧ ਸੰਗਤ ਜੀ ਭਾਵਨਾ ਦੇ, ਸਰਦਾ ਦੇ ਨੇਤਰ ਨੇ, ਜਿਨ੍ਹਾਂ ਦੀ ਮੱਤ ਤੇ ਅਵਿਦਿਆ ਦਾ ਪਰਦਾ ਨਹੀਂ ਪਿਆ ਹੋਇਆ, ਗਿਆਨ ਦਾ ਚਾਨਣਾ, ਉਹ ਦੇਖਦੇ ਹਨ ਪਰਮੇਸ਼ਵਰ ਨੂੰ। ਸਭ ਘਾਟ ਪ੍ਰਭ ਕੇ ਜੋਤ ਰਹਾਵਾ। ਤੇ ਉਹ ਜਿਹੇ ਜਿਹਾ ਚਾਨਣ ਆਪਦੇ ਅੰਦਰ ਦੇਖਦੇ ਆ, ਇਹ ਜਿਹਾ ਚਾਨਣ ਸਾਰੇ ਜੀਵਾਂ ਦੇ ਹਿਰਦਿਆਂ ਵਿੱਚ ਦੇਖਦੇ ਹਨ। ਹੋਏ ਜੇ ਗੁਰਮੁਖ ਜਾਣਹਿ ਤਬ ਹੈ। ਜਿਹੜੇ ਗੁਰਮੁਖ ਹਨ ਉਹ ਇਸ ਗੱਲ ਨੂੰ ਜਾਣਦੇ ਆ ਰਾਮ ਕਰ ਰਹਿਓ ਰਾਮ ਘਟ ਸਭ ਹੈ। ਕਿ ਸਾਰਿਆਂ ਘਟਾਂ ਦੇ ਵਿੱਚ ਉਹ ਰਾਮ ਰਮਿਆ ਹੋਇਆ ਹੈ। ਕਬ ਹੈ ਨਾ ਮਨ ਮੁਖ ਮੁਗਧ ਪਛਾਨ ਹੈ। ਪਰ ਜਿਹੜੇ ਮਨਮੁਖ ਲੋਕ ਹਨ ਮੂਰਖ ਹਨ, ਮੂਰਖ ਲੋਕ ਨਹੀਂ ਇਸ ਗੱਲ ਨੂੰ ਜਾਣਦੇ। ਸਤਨਾਮ ਜੇ ਨਹੀਂ ਬਖਾਨ ਹੈ। ਕਿਉਂਕਿ ਕਰਤੇ ਪੁਰਖ ਵਾਹਿਗੁਰੂ ਦਾ ਨਾਮ ਨਹੀਂ ਜਪਦੇ। ਨਾਮ ਜਿਹੜੀ ਹੈ ਉਹਦੇ ਨਾਲ ਬੁੱਧੀ ਤੀਖਣ ਹੁੰਦੀ ਹੈ, ਬੁੱਧੀ ਜਿਹੜੀ ਗਿਆਨਵਾਨ ਹੁੰਦੀ ਹੈ, ਤੇ ਨਾਮ ਜਪਣਾ ਹੀ ਨਹੀਂ ਤੇ ਵਿਸ਼ੇ ਵਿਕਾਰਾਂ ਵਿੱਚ ਲੱਗੇ ਰਹਿਣਾ, ਜਿਹਦੇ ਨਾਲ ਮਤ ਭ੍ਰਿਸ਼ਟ ਹੁੰਦੀ ਹੈ, ਤੇ ਮਤ ਭ੍ਰਿਸ਼ਟ ਹੋਣ ਦੇ ਨਾਲ ਕੰਮ ਵੀ ਉਹੋ ਜਿਹੇ ਕਰਨੇ ਆ ਮਨੁੱਖ ਨੇ। ਸੋ ਇਸ ਵਾਸਤੇ ਜਿਹੜੇ ਸਤਨਾਮ ਨੂੰ ਜਪਦੇ ਆ
ਕਰਤੇ ਦਾ ਨਾਮ ਲੈਂਦੇ ਐ, ਉਹ ਆਪਣੀ ਸ੍ਰੇਸ਼ਟ ਬੁੱਧੀ ਨਾਲ ਸਾਰੇ ਹਿਰਦਿਆਂ ਰੂਪੀ ਘੜਿਆਂ ਦੇ ਵਿੱਚੋਂ ਪਰਮੇਸ਼ਵਰ ਨੂੰ ਤੱਕਦੇ ਐ। ਤੇ ਜਿਹੜੇ ਸਿਮਰਨ ਨਹੀਂ ਕਰਦੇ, ਭਜਨ ਨਹੀਂ ਕਰਦੇ, ਉਹਨਾਂ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਵਿਸ਼ੇ ਵਿਕਾਰਾਂ ਵਿੱਚ ਪੈ ਕੇ। ਉਹਨਾਂ ਨੂੰ ਤੇ ਆਪਣਾ ਆਪ ਨਹੀਂ ਦਿਸਦਾ, ਕਿਸੇ ਨੂੰ ਉਹਨਾਂ ਨੇ ਕੀ ਵੇਖਣਾ ਹੈ। ਸੋ ਇਸ ਵਾਸਤੇ ਇਹ ਮਨਮੁਖ ਤੇ ਗੁਰਮੁਖ ਦੇ ਵਾਸਤੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਮੋਹ ਤਿਮਰ ਮਹਿ ਅੰਧੇ ਸੋਏ। ਉਹ ਮੂਰਖ ਲੋਕ ਜਿਹੜੇ ਸਿਮਰਨ ਭਜਨ ਨਹੀਂ ਕਰਦੇ ਤੇ ਉਹ ਮੋਹ ਦੇ ਅੰਧੇਰੇ ਦੇ ਵਿੱਚ ਅੰਨੇ ਹੋਏ ਹੋਏ ਤੁਰੇ ਫਿਰਦੇ ਹਨ। ਪ੍ਰਭ ਮਾਰਗ ਨਹਿ ਜਾਣਹਿ ਓਏ। ਜਿਹੜਾ ਸਾਧ ਸੰਗਤ ਜੀ ਅੱਖਾਂ ਤੋਂ ਅੰਨਾ ਹੈ, ਉਹਨੂੰ ਰਸਤੇ ਦਾ ਕੀ ਪਤਾ ਲੱਗਣਾ। ਅੰਧਾ ਆਗੂ ਜੇ ਥੀਐ, ਜੇ ਅੱਗੇ ਅੰਨਾ ਲੱਗ ਜਾਵੇ ਆਗੂ ਤੇ ਉਹ ਪਿੱਛੇ ਦੱਸੂਗਾ, ਰਾਹ ਕੀ ਦੱਸੂਗਾ। ਜਿਹੜੇ ਮਨਮੁਖ ਲੋਕ ਸਿਮਰਨ ਭਜਨ ਨਹੀਂ ਕਰਦੇ, ਉਹਨਾਂ ਨੂੰ ਪਰਮੇਸ਼ਵਰ ਦੇ ਘਰ ਦਾ ਰਸਤਾ ਜਿਹੜਾ ਹੈ ਉਹ ਨਹੀਂ ਲੱਭਦਾ। ਸੁਨ ਕਰ ਸੰਤ ਗਿਰਾ ਪੁਨ ਪ੍ਰਾਹੇ। ਇਹ ਸੱਚੇ ਪਾਤਸ਼ਾਹ ਮਹਾਰਾਜ ਦੇ ਬਚਨ ਸੁਣੇ ਸਾਧੂਆਂ ਨੇ ਤੇ ਕਹਿਣ ਲੱਗੇ, ਅੰਧੇ ਭਏ ਨੈਣ ਜਿਨ ਨਾਹੇ। ਸੱਚੇ ਪਾਤਸ਼ਾਹ ਮਹਾਰਾਜ ਜਿਹੜੇ ਅਵਿਦਿਆ ਅਤੇ ਅਗਿਆਨਤਾ ਦੇ ਵਿੱਚ ਅੰਨੇ ਹੋਏ ਹਨ, ਗਿਆਨ ਦਾ ਪ੍ਰਕਾਸ਼ ਨਹੀਂ ਹੈ, ਜਿਨ੍ਹਾਂ ਦੇ ਪਾਸ ਚਾਨਣਾ ਨਹੀਂ ਹੈ। ਚੰਦ ਸੂਰਜ ਨਹਿ ਦੇਖਹਿ ਸੋਏ। ਤੇ ਉਹਨਾਂ ਨੂੰ ਕਿਵੇਂ ਪਤਾ ਲੱਗਦਾ ਹੈ, ਬਾਹਰਲੀਆਂ ਅੱਖਾਂ ਵੀ ਨਾ ਹੋਣ ਵੀ ਇਹ ਚੰਦ ਸੂਰਜ ਕਿਹੇ ਜਿਹੇ, ਇਹਨਾਂ ਦਾ ਚਾਨਣ ਕਿਹੇ ਜਿਹਾ ਹੈ। ਚਖ ਹਵੇ ਪੇਖੈ ਭਲੇ ਸਭ ਕੋਏ। ਜੇ ਮਹਾਰਾਜ ਅੱਖਾਂ ਹੋਣ ਫਿਰ ਤੇ ਪਤਾ ਲੱਗ ਜਾਵੇ ਵੀ ਸੂਰਜ ਦਾ ਚਾਨਣ ਕਿਹੇ ਜਿਹਾ ਹੈ, ਚੰਦਰਮਾ ਦਾ ਕਿਹੋ ਜਿਹਾ ਹੈ। ਤਿਨ ਲੋਚਨ ਕੇ ਜੋਤ ਜੇ ਆਹੇ। ਇਹ ਜਿਹੜੇ ਉਹਨਾਂ ਦੀ ਅੱਖਾਂ ਦਾ ਚਾਨਣਾ ਪ੍ਰਕਾਸ਼ ਹੈ। ਸੋ ਕਹੀਏ ਸੁਨ ਕਰ ਗੁਰ ਪ੍ਰਾਹੇ। ਇਹ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਕੇ ਉਹ ਦੱਸੋ ਵੀ ਅੱਖਾਂ ਹੋਣੀ ਤੇ ਦਿਸੇ ਨਾ, ਜੇ ਅੱਖਾਂ ਹੀ ਨਹੀਂ ਤੇ ਵੇਖਣਗੇ ਕੀ। ਇਹ ਮਹਾਰਾਜ ਨੂੰ ਜਿਸ ਵੇਲੇ ਪ੍ਰਾਸ਼ਨ ਕੀਤਾ ਤੇ ਸਤਿਗੁਰੂ ਜੀ ਉੱਤਰ ਦਿੰਦੇ ਹਨ, ਸੈਦ ਸਮਾਦ ਕਰੈ ਨਿਤ ਝਗੜਾ ਦੋ ਲੋਚਨ ਕਿਆ ਹੇਰਾ। ਤੇ ਕਹਿੰਦੇ ਦੋਵਾਂ ਅੱਖਾਂ ਦੇ ਨਾਲ ਦਿਸਦਾ ਕੀ ਹੈ। ਸਿੱਧ ਜਿਹੜੇ ਨੇ ਸਮਾਧੀਆਂ ਲਾ ਲਾ ਕੇ ਇਹ ਝਗੜੇ ਦੇ ਵਿੱਚ ਪਏ ਹੋਏ ਐ। ਅੰਤਰ ਜੋਤ ਸ਼ਬਦ ਧੁਨ ਜਾਗੈ ਸਤਿਗੁਰ ਝਗਰ ਨਿਬੇਰਾ। ਤੇ ਗੁਰਾਂ ਨੇ ਸਾਰਾ ਝਗੜਾ ਮੁਕੋ ਦਿੱਤਾ। ਅੰਤਰ ਜੋਤ ਹਿਰਦੇ ਦੇ ਵਿੱਚ ਜੋਤ ਪ੍ਰਕਾਸ਼ ਕਰ ਦਿੱਤੀ, ਜਿਹਨੇ ਅੰਦਰੋਂ ਵੀ ਚਾਨਣ ਕਰ ਦਿੱਤਾ ਤੇ ਬਾਹਰ ਵੀ ਪ੍ਰਕਾਸ਼ ਕਰ ਦਿੱਤਾ। ਚਾਉ ਪਏ ਆਗੈ ਸਦਾ ਝਗਰ ਇਹੋ ਭਇਓ। ਇਹ ਝਗੜਾ ਪਿਆ ਹੀ ਰਹਿੰਦਾ ਸੀਗਾ। ਸਿੱਧ ਸਾਧ ਸਭ ਹਨ ਨਾ ਕਿਓ। ਤੇ ਸਿੱਧ ਸਾਧਕ ਜਿੰਨੇ ਵੀ ਸਾਧਨਾ ਸਾਧਦੇ ਹਨ, ਨੇਤਰਨ ਬਿਖੈ ਚਾਮ ਕਹਿ ਪਾਨੇ। ਕਹਿੰਦੇ ਨੇਤਰ ਜਿਹੜੇ ਐ, ਅੱਖਾਂ ਜਿਹੜੀਆਂ ਹਨ, ਇਹਨਾਂ ਵਿੱਚ ਕੀ ਹੈ, ਜਾਂ ਪਾਣੀ ਭਰਿਆ ਹੋਇਆ ਹੈ ਤੇ ਜਾਂ ਖੱਲ ਭਰੀ ਹੋਈ ਹੈ, ਮਾਸ ਭਰਿਆ ਹੋਇਆ ਹੈ। ਸਭ ਜਾਣਤ ਇਹੋ ਬਾਤ ਨਾ ਛਾਨੇ। ਇਹ ਕੋਈ ਛਿਪੀ ਹੋਈ ਗੱਲ ਨਹੀਂ, ਸਭ ਨੂੰ ਪਤਾ ਵੀ ਅੱਖਾਂ ਜਿਹੜੀਆਂ ਪਾਣੀ ਮਾਸ ਆਦਿਕ ਦਾ ਇਹ ਸਰੀਰ ਬਣਿਆ ਹੋਇਆ ਅੱਖਾਂ ਦਾ। ਇਨ ਮੈਂ ਦੇਖਤ ਵਸਤ ਸੋ ਕਿਆ ਹੈ। ਇਹਦੇ ਵਿੱਚ ਦੀ ਜੋ ਵੇਂਦਾ ਹੈ, ਕਿਉਂਕਿ ਇਹ ਤੇ ਅੰਗ ਹੈ ਜਿਵੇਂ ਸਰੀਰ ਦੇ ਬਾਕੀ ਅੰਗ ਹੈ, ਇੰਦਰੀ ਹੈ, ਕੰਨ ਹਨ ਉਹ ਸੁਣਨ ਦਾ ਕੰਮ ਕਰਦੇ ਹੈ, ਔਰ ਇਸੇ ਤਰ੍ਹਾਂ ਨੱਕ ਹੈ ਉਹ ਸੁੰਘਣ ਦਾ ਕਰਦਾ ਹੈ, ਜੀਭਾ ਬੋਲਣ ਦੇ ਕਰਦੀ ਆਦਿਕ ਆਦਿਕ। ਤੇ ਅੱਖਾਂ ਵਿੱਚ ਦੀ ਉਹ ਕਿਹੜੀ ਵਸਤੂ ਹੈ ਜਿਹੜੀ ਅੱਗੇ ਵੇਖਦੀ ਹੈ। ਆਗੈ ਇਉ ਹੈ ਝਗਰ ਕੀਆ ਹੈ। ਇਹ ਪਹਿਲਾਂ ਹੀ ਝਗੜੇ ਪਏ ਹੋਏ, ਸਿੱਧ ਸਾਧਕ ਜਿੰਨੇ ਵੀ ਸਾਧਨਾ ਸਾਧਨ ਵਾਲੇ ਇਸੇ ਝਗੜੇ ਦੇ ਵਿੱਚ ਪਏ ਹੋਏ ਐ। ਨਹਿ ਜਾਣਿਓ ਇਹ ਰੇਖੇ ਨ ਮੁਨੀਸ਼ਵਰ। ਇਹ ਅਜੇ ਤੱਕ ਕਿਸੇ ਨੇ ਜਾਣਿਆ ਹੀ ਨਹੀਂ, ਬੜੇ ਬੜੇ ਰਿਸ਼ੀ ਮੁਨੀ ਮਹਾਤਮਾ ਹੋ ਚੁੱਕੇ ਐ। ਸਿੱਧ ਸਾਧ ਜੇ ਬਹੁਤ ਤਪੇਸ਼ਵਰ। ਬੜੇ ਬੜੇ ਤਪੀਸਰ ਹੋਏ ਐ, ਤਪ ਦੀ ਸਾਧਨਾ ਸਾਧਨ ਵਾਲੇ ਸਾਧਕ ਲੋਕ। ਸਤਿਗੁਰ ਬਿਨਾ ਨਾ ਜਾਣਤ ਕੋਏ। ਪੂਰੇ ਸਮਰੱਥ ਗੁਰਾਂ ਤੋਂ ਬਿਨਾ ਇਹ ਝਗੜਾ ਨਜਿੱਠਿਆ ਨਹੀਂ ਜਾਂਦਾ ਹੈ। ਅੰਤਰ ਵਾਸਤ ਪਿਖਤ ਹੈ ਜੋਏ। ਕਿਉਂਕਿ ਜੋ ਅੰਦਰ ਹੈ ਉਹਨੂੰ ਵੇਖਣਾ ਉਹੀ ਵੇਖ ਸਕਦਾ ਜੋ ਅੰਦਰ ਵੜ ਸਕੇ। ਕਮਰੇ ਵਿੱਚ ਕੋਈ ਚੀਜ਼ ਪਈ ਹੋਈ ਹੈ, ਕੋਠੇ ਦੇ ਵਿੱਚ, ਜਿਹੜਾ ਜਾਊਗਾ ਉਹੀ ਵੇਖੂ, ਦੂਏ ਨੇ ਕੀ ਵੇਖਣਾ। ਅੰਦਰ ਆਤਮਾ ਦੇ ਵਿੱਚ ਜੋ ਅੰਤਰ ਸੋ ਬਾਹਰ, ਜੋ ਬ੍ਰਹਮੰਡੇ ਸੋਈ ਪਿੰਡੈ, ਜੋ ਖੋਜੇ ਸੋ ਪਾਵੈ। ਜਿਹੜਾ ਖੋਜੂਗਾ ਉਹੀ ਪਾਊਗਾ, ਦੂਏ ਨੂੰ ਕੀ ਪਤਾ ਹੈ। ਝਗੜਾ ਤਾਂ ਕਰੀ ਜਾਂਦੇ ਆ, ਪਰ ਲੱਭਣ ਦਾ ਜਿਹੜਾ ਕੰਮ ਇਹਨਾਂ ਵਾਸਤੇ ਬੜਾ ਔਖਾ ਹੋਇਆ ਹੈ। ਅੰਤਰ ਉਰ ਕੇ ਜਾਗਤ ਜੋਤੇ। ਤੇ ਹਿਰਦੇ ਦੇ ਵਿੱਚ ਜੋਤ ਜਗ ਰਹੀ ਹੈ, ਪ੍ਰਕਾਸ਼ ਕਰ ਰਹੀ ਸਾਰੇ ਹਿਰਦੇ ਨੂੰ। ਤਬ ਅੰਤਰ ਇਸ ਕੇ ਸੁਧ ਹੋਤੇ। ਤੇ ਜਦੋਂ ਗਿਆਨ ਦਾ ਪ੍ਰਕਾਸ਼ ਹੁੰਦਾ
ਤਾਂ ਹਿਰਦੇ ਵਿੱਚ ਸੋਝੀ ਪੈਂਦੀ ਹੈ ਵੀ ਅੰਦਰ ਹੈ ਕੀ। ਸਤਿਗੁਰ ਸ਼ਬਦ ਕਮਾਵਨ ਕਰਹਿ, ਜਿਨ੍ਹਾਂ ਗੁਰ ਸਿੱਖਾਂ ਨੇ ਗੁਰਮੁਖਾਂ ਨੇ ਗੁਰੂ ਕੇ ਸ਼ਬਦ ਨੂੰ ਕਮਾਉਣਾ ਕੀਤਾ, ਪੁਨ ਧੁਨ ਸੁਨਹਿ ਦਸਵ ਜੋ ਦਰਹਿ। ਤੇ ਉਹਨਾਂ ਨੂੰ ਇਹ ਧੁਨੀ ਸੁਣਾਈ ਦਿੰਦੀ ਹੈ, ਉਹਨਾਂ ਨੂੰ ਇਹ ਵਸਤੂ ਜਿਹੜੀ ਹਿਰਦੇ ਦੀ ਉਹ ਪ੍ਰਕਾਸ਼ ਹੁੰਦਾ ਤੇ ਦੇਖਣ ਨੂੰ ਮਿਲਦੀ ਹੈ। ਸ਼੍ਰੀ ਸਤਿਗੁਰ ਇਹ ਝਾਗਰ ਨਿਬੇਰਾ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਝਗੜਾ ਨਿਬੇੜਦੇ ਹਨ। ਔਰ ਨਾ ਜਾਣੈ ਕੋ ਨਾ ਹਿਰਾ। ਬਾਕੀ ਕੋਈ ਜਾਣ ਨਹੀਂ ਸਕਦਾ, ਕਿਉਂਕਿ ਉੱਥੋਂ ਤੱਕ ਇਹਨਾਂ ਦੀ ਪਹੁੰਚ ਨਹੀਂ ਹੈ, ਤੇ ਪਹੁੰਚ ਵਾਲਾ ਜਿਹਦੀ ਨਿਗਾਹ ਹੋਵੇ ਉਹ ਹੀ ਵੇਖ ਕੇ ਦੱਸ ਸਕਦਾ ਹੈ, ਦੂਏ ਨੇ ਕੀ ਦੱਸਣਾ ਹੈ। ਸਭ ਇੰਦਰੀਆਂ ਕਿਰਿਆ ਜੋ ਕਰਹਿ, ਤੇ ਜਿੰਨੇ ਵੀ ਸਰੀਰ ਦੇ ਇੰਦਰੀ ਹੈ ਅੱਡ ਅੱਡ ਇਹਨਾਂ ਦੀਆਂ ਕਿਰਿਆਵਾਂ ਹਨ। ਅੱਖਾਂ ਦਾ ਕਰਮ ਦੇਖਣਾ ਹੈ, ਕੰਨਾਂ ਦਾ ਸੁਣਨਾ ਹੈ, ਨੱਕ ਦਾ ਸੁੰਘਣਾ ਹੈ, ਆਦਿਕ ਹੱਥਾਂ ਪੈਰਾਂ ਦੇ ਕਾਰਜ ਜਾਪਦੇ ਹਨ। ਪਰਮ ਜੋਤ ਕੇ ਹਵੈ ਅਨੁਸਰਹਿ, ਤੇ ਇਹ ਸਾਰੇ ਜਿਹੜੀ ਪਰਮ ਜੋਤ ਹਿਰਦੇ ਦੇ ਵਿੱਚ ਵਸਦੀ ਹੈ, ਸਾਰੇ ਇੰਦਰੀ ਉਹਦੇ ਹੁਕਮ ਦੇ ਵਿੱਚ ਚੱਲਦੇ ਆ, ਆਤਮਾ ਦੇ। ਸੋ ਤੁਮ ਖੋਜਾਹੋ ਅੰਤਰ ਦੇਹ। ਇਸ ਵਾਸਤੇ ਸੱਚੇ ਪਾਤਸ਼ਾਹ ਕਹਿੰਦੇ ਆਤਮਾ ਦੇ ਹੁਕਮ ਦੇ ਵਿੱਚ ਹੈ ਸਾਰਾ ਕੁਝ, ਤੇ ਤੁਸੀਂ ਇਹ ਸਰੀਰ ਦੇ ਵਿੱਚ ਨਾ ਉਸ ਆਤਮਾ ਨੂੰ ਲੱਭਣਾ ਕਰੋ। ਪਾਏ ਲੈਹੋਗੇ ਸੁਧ ਹਵਾ ਜਿਹੇ, ਤੇ ਇਹ ਤੁਹਾਨੂੰ ਖਬਰ ਹੋ ਜਾਵੇਗੀ, ਸੋਝੀ ਹੋ ਜਾਵੇਗੀ ਆਤਮਾ ਦੀ ਕਿਹੇ ਜੀ ਹੈ, ਤੇ ਉਹਦੇ ਨਾਲ ਸਾਰਾ ਗਿਆਨ ਹੋ ਜਾਵੇਗਾ ਵੀ ਤੁਹਾਡੇ ਹੈ ਕੀ ਅੰਦਰ। ਸੁਨ ਕੈ ਸੰਤ ਹਰਖ ਔਰ ਧਰ ਕੈ। ਇਹ ਬਚਨ ਸੱਚੇ ਪਾਤਸ਼ਾਹ ਮਹਾਰਾਜ ਦੇ ਸੁਣੇ ਸੰਤਾਂ ਨੇ ਬੜੇ ਪ੍ਰਸੰਨ ਹੋਏ। ਪੁਨ ਬੂਝਨ ਕੀਆ ਬਚਨ ਉਚਰ ਕੈ। ਤੇ ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪੁੱਛਣ ਲੱਗੇ ਹਨ, ਏਕ ਓੰਕਾਰ ਪ੍ਰਭੂ ਕਰਤਾਰਾ। ਉਹ ਜਿਹੜਾ ਕਰਤਾ ਪੁਰਖ ਵਾਹਿਗੁਰੂ ਉਹ ਇੱਕ ਹੈ, ਜੋ ਤਿੰਨਾਂ ਲੋਕਾਂ ਦੇ ਵਿੱਚ ਜਿਹਦਾ ਪਸਾਰਾ ਪਸਰਿਆ ਹੋਇਆ ਹੈ। ਕਿਹ ਬੇਦ ਮਿਲਹਿ ਜੇ ਹਵੈ ਨਿਸਤਾਰਾ। ਇਹ ਮਹਾਰਾਜ ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਕੰਕਾਰ ਦੀ, ਉਹਦਾ ਮਿਲਾਪ ਕਿਵੇਂ ਹੁੰਦਾ ਹੈ, ਤੇ ਇਹ ਮਹਾਰਾਜ ਕਿਰਪਾ ਕਰਕੇ ਸਾਨੂੰ ਦੱਸੋ। ਇਹ ਪ੍ਰਸ਼ਨ ਕੀਤਾ ਹੈ ਉਹਨਾਂ ਸਾਧੂਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਿਰ ਉਹਨਾਂ ਨੂੰ ਉੱਤਰ ਦੇਣਗੇ। ਗਰੀਬ ਨਵਾਜ ਮਿਹਰ ਕਰਨ, ਦਇਆ ਕਰਨ, ਕੱਲ੍ਹ ਨੂੰ ਫਿਰ ਸੁਭਾਗਾ ਸਮਾਂ ਪ੍ਰਾਪਤ ਹੋਵੇ। ਕੀ ਮਹਾਰਾਜ ਰਸਤਾ ਦੱਸਦੇ ਨੇ ਇੱਕ ਓਂਕਾਰ ਨੂੰ ਮਿਲਣ ਦਾ। ਕੱਲ੍ਹ ਦੇ ਇਤਿਹਾਸ ਵਿੱਚ ਸੰਗਤਾਂ ਨੂੰ ਸਰਵਣ ਕਰਵਾਇਆ ਜਾਵੇਗਾ। ਹੋਈਆਂ ਭੁੱਲਾਂ ਦੀ ਖਿਮਾ, ਅੱਗੇ ਤੋਂ ਸਮਤ ਬਖਸ਼ਣੀ, ਪਿਆਰ ਸਤਿਕਾਰ ਸਹਿਤ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਵਨਾਸੀ, ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ, ਹੇ ਸੰਗੀ ਹੈ ਨਿਰੰਕਾਰ, ਹੈ ਨਿਰਗੁਣ, ਹੇ ਗੋਬਿੰਦ ਹੈ ਗੁਣ ਨਿਧਾਨ, ਜਾਂ ਕੇ ਸਦਾ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ, ਹੇ ਸੰਤ ਹੈ ਕੇ ਸਦਾ ਸੰਗ ਨਿਧਾਰਾ, ਹੇ ਠਾਕੁਰ ਹਾਂ ਦਾਸਰੋ ਮੈਂ, ਨਾਨਕ ਦੀਜੈ ਨਾਮ ਦਾਨ ਰਾਖੋ ਹੀਐ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ, ਏਕ ਅਖਰ ਹਰ ਮਨ ਬਸਤ ਨਾਨਕ ਹੋਤ, ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਤਰੇ, ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਕਥਾ।